कांग्रेस के जिहड़े बंदे वो तो पहलां ही इस तैयारी दे विच है कि असीं एक सड़क बना दईए ते बंदिआं नूं काबू कर लईए। पर चेची साहब आप वालों भी तो यही गल्लां कीतियां जा रही कि बिजली दी यूनिटां फ्री दे देवांगे, 1000 रुपया औरतां दे खातिਆਂ ਵਿੱਚ पा देवांगे। क्यों सक्षम जिहड़ा इन्ना लोकां नूं बनाउण वाल कदम जां कदम पुट्टना दूर दी गल घट्टो घट्ट गल तां कीती जानी चाहीदी है। ਇੱਥੇ ਤਾਂ ਸਿਰਫ ਇੱਕ ਗੱਲ ਕੀਤੀ ਹੈ कि कैप्टन ने सौं ਚੱਕੀ घर घर नौकरी पक्की। मैनूं दसो किहड़े उन्होंने किते किहड़े बंदे नूं नौकरी दवाई आ, होर जिन्ने भी वादे सीगे दसो किहड़ा पूरा कीता। पर साडे मंत्री साहब जिहड़े साबका मंत्री ते मौजूदा विधायक ने वो कहते नज़र आए कि आम आदमी पार्टी वाले तां गल्लां करदे ने तां वादे कर रहे, जिहड़े वादे कर रहे हो तुसीं कर भी दिता सारा काम, तो कहते ज़मीनी पੱਧਰ ते हो चुका है। हुणे कीता पौने 5 साल बाद, पहला तो नहीं किया। पहला नहीं उन्होंने पता कि जी 12-12 रुपये यूनिट आ वो सस्ती करनी आ। ਜਿਹੜਾ ਡੀਜ਼ਲ ਹੈ ਤੇ ਪੈਟਰੋਲ ਦੀ ਆੜ ਦੇ ਵਿੱਚ ਲੱਖਾਂ ਕਰੋੜਾਂ ਅਰਬਾਂ ਰੁਪਈਆ ਇਹਨਾਂ ਲੋਕਾਂ ਨੇ ਖੋਲਿਆ। ਉਹਦੇ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਬਈ ਹੁਣ ਆਪਾਂ ਪੈਟਰੋਲ ਸਸਤਾ ਕਰ ਦਈਏ ਕਿ ਜਨਤਾ ਤਾਂ ਬਿਲਕੁਲ ਸੜਕ ਦੇ ਕਿਨਾਰੇ ਮਰਨ ਤੇ ਆ ਗਈ ਹੈ, ਤੇ ਉਦੋਂ ਤੁਸੀਂ ਸੋਚ ਕੇ ਦੇਖੋ ਕਿ 18 ਰੁਪਏ ਦੇ ਕਰੀਬ ਇਹਨਾਂ ਨੇ ਪੈਟਰੋਲ ਡੀਜ਼ਲ ਜਿਹੜਾ ਸਸਤਾ ਕਰ ਦਿੱਤਾ। एक 18 रुपये एक बंदा, एक आम बंदा रोज़ का 2 लीटर जे तेल पवांदा आ तो ਉਹਦੇ किन्ने पैसे इन्हां सरकारां ने खा लए आ। ਇਹ ਜਿਹੜੇ ਚੰਨੀ ਸਾਹਿਬ ਗੱਲਾਂ ਕਰ ਰਹੇ ਆ, ਐਲਾਨ ਕਰ ਰਹੇ ਆ ਵੱਡੇ ਵੱਡੇ, ਪਹਿਲੀ ਗੱਲ ਤਾਂ ਨਹੀਂ ਨਹੀਂ ਪਤਾ ਵੀ ਚੰਨੀ ਸਾਹਿਬ ਆ ਜਿਹੜੇ ਉਹਨਾਂ ਨੇ ਕੰਮ ਕਿਹੜੇ ਕਿਹੜੇ ਕੀਤੇ ਆ। ਸਾਰੇ ਕੰਮ ਕੀਤੇ, ਕਹਿੰਦੇ ਟੈਂਟ ਦੇ ਜਾਓ, ਕਹਿੰਦੇ ਮੈਂ ਟੈਂਟ ਦਾ ਵੀ ਕੰਮ ਕੀਤਾ। ਕੱਲ੍ਹ ਉਹ ਗੁੜ ਦੀ ਇੱਕ ਗਏ ਸੀਗੇ ਰੋਡ 'ਤੇ ਲੱਗਾ ਸੀਗਾ ਉਹਨਾਂ ਦਾ ਕੋਈ ਦੁਕਾਨ ਸੀ, ਉੱਥੇ ਕਹਿੰਦੇ ਮੈਂ ਗੁੜ ਦਾ ਵੀ ਕੰਮ ਕੀਤਾ ਹੈ। ਪਹਿਲਾਂ ਇਹ ਚੰਨੀ ਸਾਹਿਬ ਨੂੰ ਇਹਨਾਂ ਨੂੰ ਮੁੱਖ ਮੰਤਰੀ ਨਹੀਂ ਸੀ ਬਣਾਉਣਾ ਚਾਹੀਦਾ, ਇਹਨਾਂ ਨੂੰ ਉਦਯੋਗ ਮੰਤਰੀ ਬਣਾ ਦੇਣਾ ਚਾਹੀਦਾ ਸੀ, ਤਾਂ ਕਿ ਜਿਹੜੇ ਸਾਡੇ ਨੌਜਵਾਨ ਵੀਰਾਂ ਧੱਕੇ ਖਾ ਰਹੇ ਆ ਉਹਨਾਂ ਨੂੰ ਕੰਮਾਂ ਦੇ ਪ੍ਰਤੀ ਮੋਟੀਵੇਟ ਕਰਨ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਪੂਰੀਆਂ ਸੋਚੀਆਂ ਸਮਝੀਆਂ ਆ ਕਿ ਆਮ ਲੋਕਾਂ ਦੀ ਨਬਜ਼ ਫੜਨੇ ਦਾ ਇਹਨਾਂ ਨੇ ਇੱਕ ਤਰੀਕਾ ਲੱਭ ਲਿਆ, ਪਰ ਐਦਾਂ ਨਹੀਂ ਹੁਣ ਹੋਣੀ। ਕੀ ਲੱਗਦਾ ਜਿਹੜੇ ਚੰਨੀ ਸਾਹਿਬ ਇਹ ਗੱਲਾਂ ਕਰ ਰਹੇ ਨੇ ਕਿ ਮੈਂ ਸਾਊਂਡ ਦਾ ਵੀ ਕੰਮ ਕੀਤਾ, ਮੈਂ ਪਟਾਕੇ ਵੀ ਵੇਚੇ ਆ, ਮੈਂ ਵੇਲਣੇ ਦੇ ਵਿੱਚ ਜਿਹੜੀ ਖੋਰੀ ਵੀ ਝੋਂਕੀ ਆ, ਕੀ ਲੱਗਦਾ ਕਿ ਪੰਜਾਬ ਦੇ ਅਸਲ ਮੁੱਦੇ ਇਹ ਹੈਗੇ ਨੇ ਜਾਂ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਇਹ ਗੱਲਾਂ ਕੀਤੀਆਂ ਜਾਂਦੀਆਂ? ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਪੌਣੇ 5 ਸਾਲ ਪਹਿਲਾਂ ਲੋਕਾਂ ਦੇ ਵਿਆਹ ਨਹੀਂ ਸੀ ਹੁੰਦੇ। ਫਿਰ ਲੋਕ ਆਪ ਛੱਡ ਕੇ ਕਾਂਗਰਸ 'ਚ ਕਿਉਂ ਜਾ ਰਹੇ? ਹੁਸ਼ਿਆਰਪੁਰ ਦੀ ਗੱਲ ਕਰ ਲਵਾਂ, ਵੱਡੇ ਪੱਧਰ 'ਤੇ ਨਾ ਵੀ ਜਾਈਏ। ਹਰ ਬੰਦੇ ਦਾ ਕੰਮ ਕਰਨ ਦਾ ਇੱਕ ਨਜ਼ਰੀਆ ਅਲੱਗ ਹੁੰਦਾ। ਹੋ ਸਕਦਾ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਕੁਝ ਪਾਰਟੀਕੂਲਰ ਕੁਝ ਬੰਦੇ ਆ ਜਾਂ ਉਹ ਲੋਕਾਂ ਨੂੰ ਪਸੰਦ ਨਾ ਹੋਣ। ਇਹਦੇ ਵਿੱਚ ਇਹ ਨਹੀਂ ਹੈ ਕਿ ਕੋਈ 5 ਬੰਦੇ ਕੋਈ ਪਾਰਟੀ ਛੱਡ ਕੇ ਚਲੇ ਗਏ ਤੇ ਕੋਈ ਹੁਸ਼ਿਆਰਪੁਰ ਦੇ ਵਿੱਚ ਕੋਈ ਬਹੁਤ ਵੱਡਾ ਬਦਲਾਵ ਹੋ ਜਾਊਗਾ। ਬਦਲਾਵ ਦਾ ਪਤਾ ਲੱਗੂਗਾ ਹੁਣ 2022 ਦੇ ਵਿੱਚ ਜਦੋਂ ਵੋਟਾਂ ਆਉਗੀਆਂ ਨਾ, ਕੱਲੇ ਬੰਦਾ ਜਵਾਬ ਦਊਗਾ ਕਿ ਜਿਹੜੀ ਇਹ ਕਾਂਗਰਸ ਨੇ, ਇਹ ਬੀਜੇਪੀ ਨੇ ਤੇ ਅਕਾਲੀ ਦਲ ਨੇ ਜੋ ਆਮ ਲੋਕਾਂ ਦੇ ਨਾਲ ਧੱਕੇ ਕੀਤੇ ਉਹਦਾ ਜਵਾਬ ਵੋਟ ਦੇ ਰੂਪ ਦੇ ਵਿੱਚ ਲੋਕ ਦੱਸੂਗੇ। ਗੱਲ ਕੀਤੀ ਪ੍ਰੀ ਪਲਾਨ ਦੀ, ਯਾਨੀ ਜਿਹੜੇ ਆਪ ਛੱਡ ਕੇ ਜਾ ਰਹੇ ਨੇ, ਕੀ ਲੱਗਦਾ ਕਿ ਤੁਹਾਨੂੰ ਪਲਾਂਟ ਕੀਤੇ ਗਏ ਬੰਦੇ ਸੀ, ਖਰੀਦੇ ਹੋਏ ਬੰਦੇ ਕਿਹਾ ਜਾ ਸਕਦਾ? ਜਾਂ ਜਿੱਦਾਂ ਤੁਸੀਂ ਪਹਿਲਾਂ ਦੂਸਰਾ ਵੀ ਉਹਦਾ ਪੱਖ ਦੱਸਿਆ ਕਿ ਹੋ ਸਕਦਾ ਕਿ ਉਹਨਾਂ ਨੂੰ ਕੁਝ ਚੀਜ਼ਾਂ, ਕੁਝ ਨੀਤੀਆਂ ਜਾਂ ਕੁਝ ਪਾਰਟੀਕੂਲਰ ਚਿਹਰੇ ਨਾ ਪਸੰਦ ਹੋਣ। ਇਹਦੇ ਵਿੱਚ ਮਿਸਗਾਈਡੈਂਸ ਕਹਿ ਸਕਦੇ ਆ ਕਿ ਹੋ ਸਕਦਾ ਕਿ ਕੁਝ ਬੰਦੇ ਇੱਦਾਂ ਦੇ ਆ ਕਿ ਜਿਨ੍ਹਾਂ ਨੂੰ ਪਾਰਟੀ ਦੇ ਜਿਨ੍ਹਾਂ ਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਉਹ ਲੋਕਾਂ ਨੂੰ ਨਾ ਪਸੰਦ ਹੋਣ। ਡਾਕ ਟੈਲੀਵਿਜ਼ਨ ਦੇਖ ਰਹੇ ਤਮਾਮ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਗੋਬਿੰਦਜੀਤ ਸਿੰਘ। ਸਿਆਸਤ ਦੇ ਵਿੱਚ ਜਿਹੜਾ ਇਸ ਵਕਤ ਉਤਾਰ ਚੜਾਵ ਪੂਰੇ ਪੰਜਾਬ ਦੇ ਵਿੱਚ ਦੇਖੇ ਜਾ ਸਕਦੇ ਨੇ। ਸਿਆਸੀ ਨੇਤਾ ਕੋਈ ਕਿਸੇ ਦਲ ਨੂੰ ਛੱਡ ਕੇ ਕਿਸੇ ਦਲ ਦੇ ਵਿੱਚ ਜਾ ਰਿਹਾ ਹੈ ਤੇ ਕੋਈ ਕਿਸੇ ਦਲ ਨੂੰ ਛੱਡ ਕੇ ਦੂਸਰੇ ਦਲ ਦਾ ਰੁਖ ਕਰ ਰਿਹਾ ਹੈ। ਗੱਲਬਾਤ ਕਰਾਂਗੇ ਅੱਜ ਹੁਸ਼ਿਆਰਪੁਰ ਤੋਂ। ਸਾਡੇ ਨਾਲ ਜਸਪਾਲ ਸਿੰਘ ਚੇਚੀ ਆਮ ਆਦਮੀ ਪਾਰਟੀ ਤੋਂ ਨੇ, ਵੱਡੇ ਸਮਾਜ ਸੇਵੀ ਨੇ, ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਨੇ, ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਲੋਕਾਂ ਦੇ ਕੰਮ ਕਰਵਾਉਣ ਦੇ ਲਈ ਜਾਣੇ ਜਾਂਦੇ ਨੇ। ਲੋਕਾਂ ਵਿੱਚ ਚੰਗਾ ਨਾਮਣਾ ਇਹਨਾਂ ਨੇ ਖੱਟਿਆ ਹੈ। ਕਾਉਂਸਲਰ ਵੀ ਹੈਗੇ ਨੇ ਤੇ ਹੁਣ ਉਮੀਦਵਾਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਦਾਅਵੇਦਾਰ ਜਿਹੜੇ ਨੇ ਉਹਨਾਂ ਦੀ ਦੌੜ ਦੇ ਵਿੱਚ
ਨਾਮ ਜਿਹੜਾ ਹੈ ਜੁੜਦਾ ਨਜ਼ਰ ਆ ਰਿਹਾ। ਜਸਪਾਲ ਸਿੰਘ ਚੇਚੀ ਹੋਣਾ ਦਾ 2 ਦਿਨ ਬਾਅਦ ਇੱਕ ਬਦਲਾਵ ਰੈਲੀ ਜਿਹੜੀ ਹੈ ਉਹ ਵੀ ਕਰਨ ਜਾ ਰਹੇ ਨੇ। ਗੱਲਾਂ ਬਾਤਾਂ ਪੰਜਾਬ ਦੀ ਰਾਜਨੀਤੀ ਦੀਆਂ ਵੀ ਕਰਾਂਗੇ, ਪਰ ਸ਼ੁਰੂਆਤ ਕਰਾਂਗੇ ਆਪਣੇ ਸੂਬੇ ਤੋਂ, ਆਪਣੇ ਸ਼ਹਿਰ ਤੋਂ, ਆਪਣੇ ਜ਼ਿਲ੍ਹੇ ਤੋਂ ਕਿ ਆਖਰ ਕਿਉਂ ਸਿਆਸੀ ਪਾਰਟੀਆਂ ਦੇ ਅੰਦਰ ਵੀ ਇੱਕ ਦੂਸਰੇ ਤੋਂ ਅੱਗੇ ਲੰਘਣ ਦੀ ਦੌੜ ਤੇ ਹੋੜ ਲੱਗੀ ਹੋਈ ਹੈ। ਕਿ ਸਿਆਸਤ ਕਰਨਾ ਹੀ ਲੋਕਾਂ ਦੀ ਮਨਸ਼ਾ ਰਹਿ ਗਈ ਹੈ ਜਾਂ ਵਾਕਿਆ ਦੇ ਵਿੱਚ ਵੀ ਸੇਵਾ ਭਾਵ ਦੇ ਨਾਲ ਲੋਕ ਰਾਜਨੀਤੀ ਦੇ ਵਿੱਚ ਆ ਰਹੇ ਨੇ। ਜਸਪਾਲ ਸਿੰਘ ਚੇਚੀ ਹੋਣਾ ਨਾਲ ਉਹਨਾਂ ਦੇ ਨਿੱਜੀ ਜ਼ਿੰਦਗੀ ਬਾਰੇ ਵੀ ਗੱਲਬਾਤ ਕਰਦੇ ਹਾਂ, ਸਿਆਸਤ ਬਾਰੇ ਵੀ ਗੱਲਬਾਤ ਕਰਦੇ। ਸ਼ੁਰੂਆਤ ਕਰਦੇ ਹਾਂ। ਚੇਚੀ ਸਾਹਿਬ, ਤੁਹਾਡਾ ਡਾਕ ਟੈਲੀਵਿਜ਼ਨ 'ਤੇ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਤੁਹਾਡਾ ਧੰਨਵਾਦ ਗੋਬਿੰਦ ਭਾਜੀ। ਡਾਕ ਟੀਵੀ ਦੇ ਜਿੰਨੇ ਵੀ ਦਰਸ਼ਕ ਮੇਰੇ ਭੈਣ ਭਰਾ ਦੇਖ ਰਹੇ ਹੋਣ ਤੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਚੇਚੀ ਸਾਹਿਬ, ਗੱਲਬਾਤ ਦੀ ਸ਼ੁਰੂਆਤ ਕਰੀਏ ਕਿਉਂਕਿ ਸਮੇਂ ਦੀ ਤੁਹਾਡੇ ਕੋਲ ਵੀ ਘਾਟ ਹੈ। ਇੱਕ ਦਿਨ ਬਾਅਦ ਤੁਸੀਂ ਪ੍ਰੋਗਰਾਮ ਜਿਹੜਾ ਉਲੀਕਿਆ ਹੋਇਆ ਹੈ ਬਦਲਾਵ ਰੈਲੀ ਦਾ, ਥੋੜ੍ਹਾ ਜਿਹਾ ਆਪਣੀ ਜ਼ਿੰਦਗੀ ਬਾਰੇ ਦਰਸ਼ਕਾਂ ਨੂੰ ਸ਼ੁਰੂਆਤ ਦੇ ਵਿੱਚ ਚਾਨਣਾ ਪਾ ਦਿਓ। ਤੁਹਾਡਾ ਰਾਜਨੀਤਿਕ ਸਫ਼ਰ ਕਿੱਥੋਂ ਸ਼ੁਰੂ ਹੁੰਦਾ ਹੈ, ਕਿਸ ਤਰ੍ਹਾਂ ਸ਼ੁਰੂ ਹੁੰਦਾ ਤੇ ਕੀ ਜਿਹੜੀ ਸੋਚ ਲੈ ਕੇ ਤੁਸੀਂ ਰਾਜਨੀਤੀ ਦੇ ਵਿੱਚ ਆਏ ਸੀ, ਤੇ ਕੀ ਤੁਸੀਂ ਪਹਿਲਾਂ ਹੀ ਆਮ ਆਦਮੀ ਪਾਰਟੀ ਸੀ ਜਾਂ ਕਿਸੇ ਹੋਰ ਦਲ ਤੋਂ ਆਏ? ਦਰਸ਼ਕ ਜਾਣਨਾ ਚਾਹੁਣਗੇ। 2015 ਦੇ ਵਿੱਚ ਭਾਜੀ ਕਿ ਮੈਨੂੰ ਕੋਈ ਬੰਦੇ ਮਿਲੇ ਅਤੇ ਉਹ ਕਹਿੰਦੇ ਕਿ ਆਪਾਂ ਇੱਕ ਮੀਟਿੰਗ ਕਰਵਾਉਣੀ ਆ। ਮੈਂ ਜਨਰਲੀ ਆਪਣੇ ਘਰ ਇੱਕ ਮੀਟਿੰਗ ਕਰਵਾਈ ਅਤੇ ਉਹ ਮੈਨੂੰ ਕਹਿੰਦੇ ਕਿ ਤੂੰ ਕਿਸੇ ਪਾਰਟੀ ਦੇ ਵਿੱਚ ਜਾਣੀ ਕਿ ਆਉਣਾ ਚਾਹੁੰਦਾ ਵੀ ਆਪਾਂ ਆਮ ਆਦਮੀ ਪਾਰਟੀ ਤੋਂ ਆਏ ਹਾਂ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪੋਲੀਟਿਕਸ ਤੋਂ ਬਹੁਤ ਦੂਰ ਹਾਂ, ਮੈਂ ਕਿਸੇ ਵੀ ਪਾਰਟੀ ਦੇ ਨਾਲ ਵਿੱਚ ਨਹੀਂ ਆਉਣਾ ਚਾਹੁੰਦਾ ਕਿਉਂਕਿ ਮੈਨੂੰ ਪੋਲੀਟਿਕਸ ਠੀਕ ਨਹੀਂ ਸੀ ਲੱਗਦੀ। ਅਤੇ ਉਹ ਬੰਦੇ ਕਹਿੰਦੇ ਕਿ ਅਗਰ ਤੁਸੀਂ ਇਮਾਨਦਾਰੀ ਨਾਲ ਕੰਮ ਕਰਨਾ, ਸੱਚੀ ਭਾਵਨਾ ਨਾਲ ਕੰਮ ਕਰਨਾ ਤਾਂ ਤੁਹਾਨੂੰ ਕੀ ਫਰਕ ਹੈ। ਤਾਂ ਮੈਨੂੰ ਥੋੜ੍ਹੀਆਂ ਨੀਤੀਆਂ ਠੀਕ ਲੱਗੀਆਂ ਅਤੇ 2015 ਦੇ ਵਿੱਚ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ। ਕੁਛ ਟਾਈਮ ਬਾਅਦ ਹੀ ਪਾਰਟੀ ਨੇ ਮੈਨੂੰ ਜ਼ੋਨ ਇੰਚਾਰਜ ਦੀ, ਯੂਥ ਜ਼ੋਨ ਇੰਚਾਰਜ ਡਿਸਟ੍ਰਿਕਟ ਹੁਸ਼ਿਆਰਪੁਰ ਦਾ ਲਗਾਇਆ। ਉਸ ਤੋਂ ਬਾਅਦ ਮੈਨੂੰ ਸਟੇਟ ਸੈਕਟਰੀ ਲਗਾਇਆ ਅਤੇ ਬਹੁਤ ਸਾਰੇ ਮੈਨੂੰ ਪਾਰਟੀ ਨੇ ਮਾਨ ਸਨਮਾਨ ਦਿੱਤੇ ਆ। ਕਿ ਉਸ ਤੋਂ ਬਾਅਦ ਮੈਨੂੰ 2021 ਦੇ ਵਿੱਚ ਜਦੋਂ ਹੁਣ MC ਇਲੈਕਸ਼ਨ ਸੀਗੇ ਉਹਦੇ ਵਿੱਚ ਮੈਨੂੰ ਟਿਕਟ ਮਿਲੀ। ਵਾਰਡ ਨੰਬਰ 10 ਤੋਂ ਮੈਂ ਕੌਂਸਲਰ ਬਣ ਕੇ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਟਿਕਟ ਹੈ ਉਹ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਈ ਹੈ। ਅਤੇ ਇਹ ਬਹੁਤ ਵੱਡੀ ਜਿੱਤ ਹੈ ਕਿ ਮੈਨੂੰ ਇੰਨਾ ਕੁ ਆਪਣੇ ਆਪ 'ਤੇ ਫੀਲ ਹੋਇਆ ਕਿ ਵੀ ਲੋਕ ਜਿੰਨੇ ਲੋਕ ਸਾਨੂੰ ਪਿਆਰ ਕਰਦੇ, ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਆ, ਉਹਨਾਂ ਨੇ ਸਾਬਤ ਕਰਕੇ ਦੱਸਿਆ ਕਿ ਅਸੀਂ ਕਿਸੇ ਆਮ ਬੰਦੇ ਦੇ ਨਾਲ ਅਗਰ ਖੜ ਜਾਈਏ ਅਤੇ MC ਕਿਹਾ ਆਪਾਂ ਜੋ ਵੀ ਅਹੁਦਾ ਬੰਦਾ ਐਕਸਪੈਕਟ ਕਰਦਾ ਵੇ ਉਹਨੂੰ ਅਸੀਂ 1 ਮਿੰਟ ਤੋਂ ਪਹਿਲਾਂ ਦੇਣ ਲਈ ਰਾਜੀ ਹੈ। ਕਿ ਸ਼ਰਤ ਇਹ ਹੈ ਕਿ ਤੁਹਾਨੂੰ ਲੋਕਾਂ ਦੇ ਕੰਮ ਆਉਣਾ ਪਊਗਾ। ਕੰਮ ਆਉਣਾ ਪਊਗਾ। ਚੇਚੀ ਸਾਹਿਬ, ਇਹ ਤਾਂ ਸੀ ਤੁਹਾਡਾ ਸਿਆਸੀ ਸਫ਼ਰ ਦੀ ਗੱਲਬਾਤ। ਹੁਣ ਅਸੀਂ ਮੌਜੂਦਾ ਹਾਲਾਤਾਂ ਦੇ ਉੱਤੇ ਆ ਜਾਂਦੇ ਹਾਂ। ਬਹੁਤ ਸਾਰੇ ਜਿਹੜੇ ਸਿਆਸਤ ਦੇ ਵਿੱਚ ਲੋਕ ਨੇ, ਚਾਹੇ ਉਹ ਵਰਕਰ ਨੇ, ਚਾਹੇ ਅਹੁਦੇਦਾਰ ਨੇ, ਚਾਹੇ ਕਈ ਵਿਧਾਇਕ ਨੇ, ਉੱਪਰਲੇ ਪੱਧਰ 'ਤੇ ਚਲੇ ਜਾਈਏ ਤਾਂ ਉਹ ਦਲ ਬਦਲ ਕੇ ਹੋਰ ਪਾਸੇ ਅੱਜ ਕੱਲ੍ਹ ਜਾ ਰਹੇ ਨੇ। ਜਿੱਧਰੋਂ ਜਿਹਨੂੰ ਕੋਈ ਖਿੱਚਵਾਂ ਕੋਈ ਲੱਗਦਾ ਹੈ, ਕੋਈ ਨੀਤੀਆਂ ਲੱਗਦੀਆਂ ਨੇ, ਕੋਈ ਗੱਲ ਲੱਗਦੀ ਹੈ ਤਾਂ ਉਹ ਉੱਧਰ ਨੂੰ ਹੋ ਤੁਰਦਾ ਹੈ। ਅਤੇ ਉਹਨਾਂ ਦਲਾਂ ਦੀ ਤਾਂ ਗੱਲ ਸਮਝ ਆਉਂਦੀ ਹੈ ਕਿ ਹੋਰ ਦਲ ਦੇ ਵਿੱਚ ਜਾਣਾ, ਪਰੰਤੂ ਆਮ ਆਦਮੀ ਪਾਰਟੀ ਦੇ ਅੰਦਰ ਹੀ ਜੇ ਆਪਣੇ ਸ਼ਹਿਰ ਦੀ ਗੱਲ ਕਰ ਲਈ, ਹੁਸ਼ਿਆਰਪੁਰ ਦੇ ਵਿੱਚ ਵੀ ਬੀਤੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਬਹੁਤ ਸਾਰੇ ਸੱਜਣ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਆ। ਸਾਬਕਾ ਮੰਤਰੀ ਤੇ ਵਿਧਾਇਕ ਜਿਹੜੇ ਨੇ ਉਹਨਾਂ ਨੇ ਇਹਦੇ ਬਾਰੇ ਜਾਣਕਾਰੀ ਵੀ ਦਿੱਤੀ, ਮੀਡੀਆ ਦੇ ਮੁਖਾਤਬ ਵੀ ਹੋਏ। ਜੇ ਗੱਲਬਾਤ ਕਰ ਲਈਏ ਤਾਂ ਉਮੀਦਵਾਰਾਂ ਦੇ ਜਿਹੜੇ ਦਾਅਵੇਦਾਰਾਂ ਦੀ ਦੌੜ ਦੇ ਵਿੱਚ ਪਹਿਲਾਂ ਵੀ ਪ੍ਰੈਸ ਵੱਲੋਂ ਸਵਾਲ ਪੁੱਛਿਆ ਜਾਂਦਾ ਰਿਹਾ, ਮੀਡੀਆ ਵੱਲੋਂ ਤਾਂ ਕਿਹਾ ਜਾਂਦਾ ਸੀ ਕਿ ਨਹੀਂ ਸਾਰੇ ਅਸੀਂ ਇੱਕ ਮੁੱਠ ਹਾਂ, ਪਰ ਹੁਣ ਕਿਤੇ ਨਾ ਕਿਤੇ ਵੱਖਰੇਵੇਂ ਜ਼ਰੂਰ ਨਜ਼ਰ ਆ ਰਹੇ ਨੇ ਸਿਆਸੀ। ਦੇਖੋ, ਆਮ ਆਦਮੀ ਪਾਰਟੀ ਦੇ ਵਿੱਚ ਨਾ ਤਾਂ ਕੋਈ ਅਲੱਗ ਹੈ ਅਤੇ ਨਾ ਹੀ ਕੋਈ ਆਪਣਾ ਕੋਈ ਅਲੱਗ-ਅਲੱਗ ਕਿਸੇ ਨੇ ਕੋਈ ਸੰਗਠਨ ਬਣਾਇਆ। ਇੱਕ ਕੰਮ ਕਰਨ ਦਾ ਅਲੱਗ-ਅਲੱਗ ਤਰੀਕਾ ਆ, ਠੀਕ ਹੈ, ਜਿਹਨੂੰ ਤੁਸੀਂ ਕੋਈ ਵੀ ਰੂਪ ਦੇ ਸਕਦੇ ਹੋ, ਉਹਦੇ ਵਿੱਚ ਮੈਂ ਨਹੀਂ ਕੁਝ ਕਹਿ ਸਕਦਾ। ਅਤੇ ਹਰ ਬੰਦੇ ਦਾ ਇੱਕ ਕੰਮ ਕਰਨ ਦਾ ਤਰੀਕਾ ਹੈ। ਕਿਉਂਕਿ ਮੈਂ ਫਰੰਟ ਫੁੱਟ 'ਤੇ ਤਾਂ ਰਹਿੰਦਾ ਕਿਉਂਕਿ ਲੋਕ ਮੇਰੇ ਤੱਕ ਪਹੁੰਚ ਕਰਦੇ ਆ, ਚਾਹੇ ਉਹ ਟੀਚਰ ਹੋਣ, ਚਾਹੇ ਉਹ ਕੱਲ੍ਹ ਜਿਹੜੇ ਬੰਦੇ ਭਰਤੀ ਦੇ ਲਈ ਜੇ ਸੜਕ 'ਤੇ ਬੈਠੇ ਸੀ, ਮੈਂ ਤਾਂ ਹਰ ਉਸ ਬੰਦੇ ਦੀ ਗੱਲ ਸੁਣਨੀ ਹੈ ਕਿ ਜਿਹੜੇ ਬੰਦੇ ਨੂੰ ਕੋਈ ਵੀ ਤਕਲੀਫ ਹੈ, ਚਾਹੇ ਉਹਨੂੰ ਸਮਾਜਿਕ ਤੌਰ 'ਤੇ ਪਰੇਸ਼ਾਨੀ ਹੈ, ਚਾਹੇ ਉਹਨੂੰ ਕੋਈ ਪ੍ਰਸ਼ਾਸਨ ਵੱਲੋਂ ਪਰੇਸ਼ਾਨੀ ਆ, ਮੈਂ ਤਾਂ ਉਸ ਬੰਦੇ ਦੀ, ਹੁਸ਼ਿਆਰਪੁਰ ਦੀ ਜਨਤਾ ਛੱਡ ਕੇ ਜਿਹੜੇ ਬੰਦੇ ਜਿਹੜੇ ਮਰਜ਼ੀ ਇਲਾਕੇ ਤੋਂ ਆਉਣ, ਮੈਂ ਲੋਕਾਂ ਦੀ ਸੇਵਾ ਦੇ ਲਈ 24 ਘੰਟੇ ਤਿਆਰ ਰਹਿੰਦਾ। ਉਹਦੇ ਤੋਂ ਬਾਅਦ ਜੇ ਤੁਸੀਂ ਕਹਿੰਦੇ ਕਿ ਬਈ ਕੋਈ ਹੋਰ ਪਾਰਟੀ ਤੋਂ ਕੋਈ ਬੰਦਾ ਹੁਸ਼ਿਆਰਪੁਰ 'ਚ ਆਇਆ ਜਾਂ ਕੋਈ ਦਲ ਬਦਲੂ ਲੋਕ ਨੇ, ਉਹਨਾਂ ਲੋਕਾਂ ਨੂੰ ਇਹ ਆਮ ਆਦਮੀ ਪਾਰਟੀ ਬਹੁਤ ਚੰਗੀ ਤਰ੍ਹਾਂ ਜੱਜ ਕਰ ਰਹੀ ਆ। ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਰਿਫਾਈਨ ਕਰਕੇ, ਪੂਰੀ ਤਰ੍ਹਾਂ ਲੋਕਾਂ ਨੂੰ ਜਾਣੀ ਕਿ ਜਾਂਚ ਕੇ ਪਰਖ ਕੇ ਤਦੀ ਕਿ ਉਮੀਦਵਾਰ ਬਣਾਉਂਦੀ ਹੈ। ਕੋਈ ਇੱਦਾਂ ਦੀ ਗੱਲ ਨਹੀਂ ਹੈਗੀ ਕਿ ਆਮ ਆਦਮੀ ਪਾਰਟੀ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਇਮਾਨਦਾਰੀ ਦੇਖਣੀ ਹੈ, ਹੋਰ ਲੋਕਾਂ ਨੇ ਕੰਮ ਆਉਣੇ ਵਾਲੇ ਬੰਦੇ ਦੇਖਣੇ ਆ, ਉਹ ਤੋਂ ਬਾਅਦ ਜਨਤਾ ਦਾ ਉਸ ਬੰਦੇ ਪ੍ਰਤੀ ਪਿਆਰ ਦੇਖਣਾ ਹੈ। ਫਿਰ ਲੋਕ ਆਪ ਛੱਡ ਕੇ ਕਾਂਗਰਸ 'ਚ ਕਿਉਂ ਜਾ ਰਹੇ? ਜਾਂ ਹੁਸ਼ਿਆਰਪੁਰ ਦੀ ਗੱਲ ਕਰ ਲਵਾਂ, ਵੱਡੇ ਪੱਧਰ 'ਤੇ ਨਾ ਵੀ ਜਾਈਏ। ਦੇਖੋ, ਇੱਦਾਂ ਹੈ ਕਿ ਹਰ ਬੰਦੇ ਦਾ ਕੰਮ ਕਰਨ ਦਾ ਇੱਕ ਨਜ਼ਰੀਆ ਅਲੱਗ ਹੁੰਦਾ। ਹੋ ਸਕਦਾ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਕੁਝ ਪਾਰਟੀਕੂਲਰ ਕੁਝ ਬੰਦੇ ਆ ਜਾਂ ਉਹ ਲੋਕਾਂ ਨੂੰ ਪਸੰਦ ਨਾ ਹੋਣ, ਤਾਂ ਕਰਕੇ ਬੰਦੇ ਪਾਰਟੀ ਚੇਂਜ ਕਰ ਦਿੰਦੇ ਆ। ਇਹ ਅਦਰਵਾਈਜ਼ ਕੋਈ ਹੋਰ ਇੱਦਾਂ ਦੀ ਗੱਲ ਨਹੀਂ ਹੈ ਕਿ ਆਮ ਆਦਮੀ ਪਾਰਟੀ ਨੂੰ ਪਿਆਰ ਕਰਨੇ ਦੇ ਲਈ ਬਹੁਤ ਸਾਰੀ ਦੁਨੀਆ ਬੈਠੀ ਹੈ ਹੁਸ਼ਿਆਰਪੁਰ ਦੇ ਵਿੱਚ। ਇਹਦੇ ਵਿੱਚ ਇਹ ਨਹੀਂ ਹੈ ਕਿ ਕੋਈ
ਪੰਜ ਬੰਦੇ ਕੋਈ ਪਾਰਟੀ ਛੱਡ ਕੇ ਚਲੇ ਗਏ ਤੇ ਕੋਈ ਹੁਸ਼ਿਆਰਪੁਰ ਦੇ ਵਿੱਚ ਕੋਈ ਬਹੁਤ ਵੱਡਾ ਬਦਲਾਵ ਹੋ ਜਾਊਗਾ। ਬਦਲਾਵ ਤਾਂ ਪਤਾ ਲੱਗੂਗਾ ਹੁਣ 2022 ਦੇ ਵਿੱਚ ਜਦੋਂ ਵੋਟਾਂ ਆਉਗੀਆਂ ਨਾ, ਇਕੱਲੇ ਬੰਦਾ ਜਵਾਬ ਦਊਗਾ ਕਿ ਜਿਹੜੀ ਇਹ ਕਾਂਗਰਸ ਨੇ, ਇਹ ਬੀਜੇਪੀ ਨੇ ਤੇ ਅਕਾਲੀ ਦਲ ਨੇ ਜੋ ਆਮ ਲੋਕਾਂ ਦੇ ਨਾਲ ਧੱਕੇ ਕੀਤੇ, ਉਹਦਾ ਜਵਾਬ ਵੋਟ ਦੇ ਰੂਪ ਦੇ ਵਿੱਚ ਲੋਕ ਦੱਸੂਗੇ। ਇਦਾਂ ਨਹੀਂ ਹੋ ਸਕਦਾ ਕਿ ਕੋਈ ਬੰਦਾ ਪ੍ਰੈਸ ਕਾਨਫਰੰਸ ਕਰਾ ਰਿਹਾ। ਇਹ ਸਾਰੀਆਂ ਜਾਂਚੀਆਂ ਪਰਖੀਆਂ ਪ੍ਰੀ ਪਲਾਨਡ ਸਾਰੇ ਕੰਮ ਹੈ, ਇਹ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਆਮ ਆਦਮੀ ਪਾਰਟੀ ਇੱਕਦਮ ਸਟੇਬਲ ਤੇ ਹੁਸ਼ਿਆਰਪੁਰ ਦੇ ਵਿੱਚ ਪੂਰੀ ਤਰ੍ਹਾਂ ਵਰਕਰ ਹੈ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਨਾਲ ਹੀ ਹੈ। ਤੁਸੀਂ ਗੱਲ ਕੀਤੀ ਪ੍ਰੀ ਪਲਾਨ ਦੀ, ਯਾਨੀ ਜਿਹੜੇ ਆਪ ਛੱਡ ਕੇ ਜਾ ਰਹੇ ਨੇ, ਕੀ ਲੱਗਦਾ ਕਿ ਤੁਹਾਨੂੰ ਪਲਾਂਟ ਕੀਤੇ ਗਏ ਬੰਦੇ ਸੀ, ਖਰੀਦੇ ਹੋਏ ਬੰਦੇ ਕਿਹਾ ਜਾ ਸਕਦਾ, ਜਾਂ ਜਿੱਦਾਂ ਤੁਸੀਂ ਪਹਿਲਾਂ ਦੂਸਰਾ ਵੀ ਉਹਦਾ ਪੱਖ ਦੱਸਿਆ ਕਿ ਹੋ ਸਕਦਾ ਕਿ ਉਹਨਾਂ ਨੂੰ ਕੁਝ ਚੀਜ਼ਾਂ, ਕੁਝ ਨੀਤੀਆਂ ਜਾਂ ਕੁਝ ਪਰਟੀਕੂਲਰ ਚਿਹਰੇ ਨਾ ਪਸੰਦ ਹੋਣ? ਦੇਖੋ, ਇਹਦੇ ਵਿੱਚ ਮਿਸਗਾਈਡਨੈਂਸ ਕਹਿ ਸਕਦੇ ਹਾਂ ਕਿ ਹੋ ਸਕਦਾ ਕਿ ਕੁਝ ਬੰਦੇ ਇੱਦਾਂ ਦੇ ਆ ਕਿ ਜਿਨ੍ਹਾਂ ਨੂੰ ਪਾਰਟੀ ਦੇ ਜਿਨ੍ਹਾਂ ਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਉਹ ਲੋਕਾਂ ਨੂੰ ਨਾ ਪਸੰਦ ਹੋਣ। ਅਤੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਵਰਕਰ ਆ ਉਹ ਪੁਰਾਣੇ ਵਰਕਰ ਨੂੰ ਹੀ ਪਸੰਦ ਕਰਦੇ ਆ। ਉਹ ਕਹਿੰਦੇ ਕਿ ਨਵੇਂ ਬੰਦੇ ਆ ਜਿਹੜੇ, ਉਹਨਾਂ ਨੇ ਕੋਈ ਇੱਦਾਂ ਨਹੀਂ ਕਿਹਾ ਉਸ ਪ੍ਰੈਸ ਕਾਨਫਰੰਸ ਦੇ ਵਿੱਚ, ਉਹਨਾਂ ਨੇ ਕੋਈ ਵੀ ਇੱਦਾਂ ਦੀ ਗੱਲ ਨਹੀਂ ਕਹੀ ਕਿ ਜੇ ਵੀ ਆਮ ਆਦਮੀ ਪਾਰਟੀ ਮਾੜੀ ਆ, ਆਮ ਆਦਮੀ ਪਾਰਟੀ ਦੀ ਨੀਤੀਆਂ ਮਾੜੀਆਂ। ਉਹਨਾਂ ਨੇ ਤਾਂ ਪਰਟੀਕੂਲਰ ਬੰਦਿਆਂ ਦਾ ਨਾਂ ਲਿਆ। ਇਹ ਤਾਂ ਵਾਕਈ ਵੱਡੀ ਗੱਲ ਸੀਗੀ ਕਿ ਜਿਹੜੀਆਂ ਪ੍ਰੈਸ ਕਾਨਫਰੰਸ ਅਸੀਂ ਦੇਖੀਆਂ ਨੇ ਜਾਂ ਉਹਨਾਂ ਦੀ ਗੱਲ ਦੇਖੀ, ਉਹਨਾਂ ਨੇ ਪਰਟੀਕੂਲਰ ਕੋਈ ਵੱਡੇ ਇਲਜ਼ਾਮਾਤ ਜਾਂ ਵੱਡੇ ਦੋਸ਼ ਨਹੀਂ ਲਗਾਏ। ਉਹਨਾਂ ਨੇ ਸਿਰਫ ਉਹ ਬੰਦੇ ਹੀ ਕਿਹਾ ਕਿ ਸਾਨੂੰ ਇਹ ਬੰਦੇ ਪਸੰਦ ਨਹੀਂ, ਸਾਡੇ ਬੰਦੇ ਇੱਦਾਂ ਕਰਦੇ ਆ। ਉਹਨਾਂ ਨੇ ਕੋਈ ਸਵਾਲ ਚੱਕ ਰਹੇ ਵੀ ਹਲਕਾ ਇੰਚਾਰਜ ਸਾਨੂੰ ਇੱਦਾਂ ਕਰ ਰਿਹਾ, ਅਤੇ ਜੇ ਸਾਨੂੰ ਹੋਰ ਬੰਦੇ ਜਿਹੜੇ ਹੈਗੇ, ਪਤਾ ਗੱਲ ਇਹਦੇ ਵਿੱਚ ਇਹ ਹੈ ਕਿ ਉਹਨਾਂ ਬੰਦਿਆਂ ਦੀ ਕਿਤੇ ਨਾ ਕਿਤੇ ਮਿਸਅੰਡਰਸਟੈਂਡਿੰਗ ਸੀਗੀ ਵੀ। ਬਾਕੀ ਜਦੋਂ ਕਾਂਗਰਸ ਦੇ ਜਿਹੜੇ ਬੰਦੇ, ਉਹ ਤਾਂ ਪਹਿਲਾਂ ਹੀ ਇਸ ਤਿਆਰੀ ਦੇ ਵਿੱਚ ਹੈ ਕਿ ਅਸੀਂ ਇੱਕ ਸੜਕ ਬਣਾ ਦਈਏ ਤੇ ਬੰਦਿਆਂ ਨੂੰ ਕਾਬੂ ਕਰ ਲਈਏ। ਪਰ ਇਹ ਸੜਕਾਂ, ਇਹ ਨਾਲੀਆਂ, ਇਹ ਗਲੀਆਂ, ਲੋਕਾਂ ਨੂੰ ਕੁਝ ਥੋੜ੍ਹੇ ਬਹੁਤੇ ਪੈਸਿਆਂ ਦਾ ਤੁਸੀਂ ਲਾਲਚ ਦੇ ਕੇ ਅਗਰ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰੋਗੇ, ਪਰ ਚੇਚੀ ਸਾਹਿਬ ਆਪ ਵੱਲੋਂ ਵੀ ਤਾਂ ਇਹੀ ਗੱਲਾਂ ਕੀਤੀਆਂ ਜਾ ਰਹੀਆਂ ਕਿ ਬਿਜਲੀ ਦੀਆਂ ਯੂਨਿਟਾਂ ਫਰੀ ਦੇ ਦੇਵਾਂਗੇ, 1000 ਰੁਪਈਆ ਔਰਤਾਂ ਦੇ ਖਾਤਿਆਂ ਵਿੱਚ ਪਾ ਦੇਵਾਂਗੇ। ਕਿਉਂ ਸક્ષਮ ਜਿਹੜਾ ਇੰਨਾ ਲੋਕਾਂ ਨੂੰ ਬਣਾਉਣ ਵੱਲ ਕਦਮ, ਜਾਂ ਕਦਮ ਪੁੱਟਣਾ ਦੂਰ ਦੀ ਗੱਲ, ਘੱਟੋ ਘੱਟ ਗੱਲ ਤਾਂ ਕੀਤੀ ਜਾਣੀ ਚਾਹੀਦੀ ਹੈ। ਇੱਕ ਮੈਨੂੰ ਗੱਲ ਦੱਸੋ ਕਿ ਵੀ ਕੇਜਰੀਵਾਲ ਸਾਹਿਬ ਨੇ ਜੋ ਵਾਅਦੇ ਕੀਤੇ ਪੂਰੇ ਕਰਕੇ ਨਹੀਂ ਦਿਖਾਏ? ਦਿੱਲੀ ਦੇ ਵਿੱਚ ਜੋ ਵਾਅਦੇ ਕੀਤੇ ਪੂਰੇ ਕੀਤੇ ਨਹੀਂ। ਇੱਥੇ ਤਾਂ ਸਿਰਫ ਇੱਕ ਗੱਲ ਕੀਤੀ ਹੈ ਕਿ ਕੈਪਟਨ ਨੇ ਸਹੁੰ ਚੱਕੀ, ਘਰ ਘਰ ਨੌਕਰੀ ਪੱਕੀ। ਮੈਨੂੰ ਦੱਸੋ ਕਿਹੜੇ ਉਹਨਾਂ ਨੇ ਉਹ ਕੀਤੇ, ਕਿਹੜੇ ਬੰਦਿਆਂ ਨੂੰ ਨੌਕਰੀ ਦਵਾਈ ਆ? ਹੋਰ ਜਿੰਨੇ ਵੀ ਵਾਅਦੇ ਸੀਗੇ ਦੱਸੋ ਕਿਹੜਾ ਪੂਰਾ ਕੀਤਾ? ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਨਾ ਕਰੋ। ਆਮ ਆਦਮੀ ਪਾਰਟੀ ਨੇ ਤਾਂ ਕੇਜਰੀਵਾਲ ਸਾਹਿਬ ਨੇ ਜੋ ਕਿਹਾ ਉਹ ਕਰਕੇ ਦਿਖਾਇਆ। ਪਰ ਸਾਡੇ ਮੰਤਰੀ ਸਾਹਿਬ, ਜਿਹੜੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਨੇ, ਉਹ ਕਹਿੰਦੇ ਨਜ਼ਰ ਆਏ ਕਿ ਆਮ ਆਦਮੀ ਪਾਰਟੀ ਵਾਲੇ ਤਾਂ ਗੱਲਾਂ ਕਰਦੇ ਨੇ, ਤਾਂ ਵਾਅਦੇ ਕਰ ਰਹੇ, ਜਿਹੜੇ ਇਹ ਵਾਅਦੇ ਕਰ ਰਹੇ ਉਹ ਤੁਸੀਂ ਕਰ ਵੀ ਦਿੱਤਾ ਸਾਰਾ ਕੰਮ, ਤਾਂ ਉਹ ਕਹਿੰਦੇ ਜ਼ਮੀਨੀ ਪੱਧਰ ਤੇ ਹੋ ਚੁੱਕਾ ਹੈ। ਹੁਣੇ ਕੀਤਾ ਪੌਣੇ 5 ਸਾਲ ਬਾਅਦ, ਪਹਿਲਾਂ ਤਾਂ ਨਹੀਂ ਕੀਤਾ। ਪਹਿਲਾਂ ਨਹੀਂ ਸੀ ਉਹਨਾਂ ਨੂੰ ਪਤਾ ਕਿ ਜਿਹੜੀ 12-12 ਰੁਪਈਏ ਯੂਨਿਟ ਆ ਉਹ ਸਸਤੀ ਕਰਨੀ ਆ। ਜਿਹੜਾ ਡੀਜ਼ਲ ਹੈ ਤੇ ਪੈਟਰੋਲ ਦੀ ਆੜ ਦੇ ਵਿੱਚ ਲੱਖਾਂ ਕਰੋੜਾਂ ਅਰਬਾਂ ਰੁਪਈਆ ਇਹਨਾਂ ਲੋਕਾਂ ਨੇ ਖੋਲਿਆ। ਉਹਦੇ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਬਈ ਹੁਣ ਆਪਾਂ ਪੈਟਰੋਲ ਸਸਤਾ ਕਰ ਦਈਏ ਕਿ ਜਨਤਾ ਤਾਂ ਬਿਲਕੁਲ ਸੜਕ ਦੇ ਕਿਨਾਰੇ ਮਰਨ 'ਤੇ ਆ ਗਈ ਹੈ, ਅਤੇ ਉਦੋਂ ਤੁਸੀਂ ਸੋਚ ਕੇ ਦੇਖੋ ਕਿ 18 ਰੁਪਈਏ ਦੇ ਕਰੀਬ ਇਹਨਾਂ ਨੇ ਪੈਟਰੋਲ ਡੀਜ਼ਲ ਜਿਹੜਾ ਸਸਤਾ ਕਰ ਦਿੱਤਾ। ਇੱਕ 18 ਰੁਪਏ, ਇੱਕ ਬੰਦਾ, ਇੱਕ ਆਮ ਬੰਦਾ ਰੋਜ਼ ਦਾ 2 ਲੀਟਰ ਜੇ ਤੇਲ ਪਵਾਉਂਦਾ ਆ, ਅਤੇ ਉਹਦੇ ਕਿੰਨੇ ਪੈਸੇ ਇਹਨਾਂ ਸਰਕਾਰਾਂ ਨੇ ਖਾ ਲਏ ਆ। ਉਸ ਤੋਂ ਬਾਅਦ ਬਿਜਲੀ ਦੇ ਬਿੱਲ ਮਾਫ ਕਰਨੇ ਦੀ ਹੁਣ ਇਹਨਾਂ ਨੂੰ ਚੇਤਾ ਆਇਆ। ਮੈਂ ਹੁਣੇ ਹਜੇ ਇੱਕ ਪਿੰਡ 'ਚ ਜਾ ਕੇ ਆਇਆ, ਜਿੰਨਾ ਉਹਨਾਂ ਦਾ ਪਹਿਲਾ ਬਿੱਲ ਆਉਂਦਾ ਸੀ ਉਨਾ ਹੀ ਉਹਨਾਂ ਦਾ ਬਿੱਲ ਆਇਆ। ਬੰਦੇ ਦੀ ਸਿਰਫ 2.5 ਮਰਲੇ ਜਗ੍ਹਾ ਆ, ਜਿਹੜਾ ਘਰ ਦਾ ਮੁਖੀਆ ਉਹ ਹੈ ਨਹੀਂ ਸੀਗਾ, ਅਤੇ ਜਿਹੜਾ ਮੁੰਡਾ ਉਹਨਾਂ ਦਾ ਹੈਂਡੀਕੈਪ ਸੀ। ਉਹ ਕਹਿੰਦੇ ਯਾਰ ਦੱਸਿਓ 1500 ਕੁਛ ਰੁਪਏ ਉਹਨਾਂ ਦਾ ਬਿੱਲ ਆਇਆ ਸੀ। ਇਹ ਜਿਹੜੇ ਬਿੱਲ ਆ ਉਹ ਵੀ ਉਸੇ ਤਰ੍ਹਾਂ ਆ ਰਹੇ ਆ। ਇਹ ਜਿਹੜੇ ਚੰਨੀ ਸਾਹਿਬ ਗੱਲਾਂ ਕਰ ਰਹੇ ਆ, ਐਲਾਨ ਕਰ ਰਹੇ ਆ ਵੱਡੇ ਵੱਡੇ, ਪਹਿਲੀ ਗੱਲ ਤਾਂ ਮੈਨੂੰ ਇਹੀ ਨਹੀਂ ਪਤਾ ਵੀ ਚੰਨੀ ਸਾਹਿਬ ਆ ਜਿਹੜੇ, ਉਹਨਾਂ ਨੇ ਕੰਮ ਕਿਹੜੇ ਕਿਹੜੇ ਕੀਤੇ ਆ? ਸਾਰੇ ਕੰਮ ਕੀਤੇ। ਕਹਿੰਦੇ ਟੈਂਟ ਦੇ ਜਾਓ, ਕਹਿੰਦੇ ਮੈਂ ਟੈਂਟ ਦਾ ਵੀ ਕੰਮ ਕੀਤਾ। ਕੱਲ੍ਹ ਉਹ ਗੁੜ ਦੀ ਇੱਕ ਗਏ ਸੀਗੇ, ਰੋਡ 'ਤੇ ਲੱਗਾ ਸੀਗਾ ਉਹਨਾਂ ਦਾ ਕੋਈ ਦੁਕਾਨ ਸੀ, ਉੱਥੇ ਕਹਿੰਦੇ ਮੈਂ ਗੁੜ ਦਾ ਵੀ ਕੰਮ ਕੀਤਾ ਹੈ। ਪਹਿਲਾਂ ਇਹ ਚੰਨੀ ਸਾਹਿਬ ਨੂੰ, ਇਹਨਾਂ ਨੂੰ ਮੁੱਖ ਮੰਤਰੀ ਨਹੀਂ ਸੀ ਬਣਾਉਣਾ ਚਾਹੀਦਾ, ਇਹਨਾਂ ਨੂੰ ਉਦਯੋਗ ਮੰਤਰੀ ਬਣਾ ਦੇਣਾ ਚਾਹੀਦਾ ਸੀ, ਤਾਂ ਕਿ ਜਿਹੜੇ ਸਾਡੇ ਨੌਜਵਾਨ ਵੀਰਾਂ ਧੱਕੇ ਖਾ ਰਹੇ ਆ ਉਹਨਾਂ ਨੂੰ ਕੰਮਾਂ ਦੇ ਪ੍ਰਤੀ ਮੋਟੀਵੇਟ ਕਰਨ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਪੂਰੀਆਂ ਸੋਚੀਆਂ ਸਮਝੀਆਂ ਆ ਕਿ ਆਮ ਲੋਕਾਂ ਦੀ ਨਬਜ਼ ਫੜਨੇ ਦਾ ਇਹਨਾਂ ਨੇ ਇੱਕ ਤਰੀਕਾ ਲੱਭ ਲਿਆ। ਪਰ ਐਦਾਂ ਨਹੀਂ ਹੁਣ ਹੋਣੀ। ਕੀ ਲੱਗਦਾ ਜਿਹੜਾ ਚੰਨੀ ਸਾਹਿਬ ਇਹ ਗੱਲਾਂ ਕਰ ਰਹੇ ਨੇ ਕਿ ਮੈਂ ਸਾਊਂਡ ਦਾ ਵੀ ਕੰਮ ਕੀਤਾ, ਮੈਂ ਪਟਾਕੇ ਵੀ ਵੇਚੇ ਆ, ਮੈਂ ਵੇਲਣ ਦੇ ਵਿੱਚ ਜਿਹੜੀ ਖੋਰੀ ਵੀ ਝੋਂਕੀ ਆ, ਕੀ ਲੱਗਦਾ ਕਿ ਪੰਜਾਬ ਦੇ ਅਸਲ ਮੁੱਦੇ ਇਹ ਹੈਗੇ ਨੇ, ਜਾਂ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਇਹ ਗੱਲਾਂ ਕੀਤੀਆਂ ਜਾਂਦੀਆਂ? ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਚੰਨੀ ਸਾਹਿਬ ਦੀਆਂ ਇਹਨਾਂ ਜਿਹੜੀਆਂ ਲੁਭਾਵਣੀਆਂ ਗੱਲਾਂ ਨੂੰ? ਪੌਣੇ 5 ਸਾਲ ਪਹਿਲਾਂ ਲੋਕਾਂ ਦੇ ਵਿਆਹ ਨਹੀਂ ਸੀ ਹੁੰਦੇ, ਉਦੋਂ ਇਹਨਾਂ ਦੇ ਮੁੱਖ ਮੰਤਰੀ ਉਦੋਂ ਕਦੇ ਕਿਸੇ ਵਿਆਹ 'ਤੇ ਗਏ? ਇਹਨਾਂ ਦੇ ਮੁੱਖ ਮੰਤਰੀ ਨੇ ਕਦੀ ਕਿਤੇ ਗਊ ਰਸਤੇ ਵਿੱਚ ਡਿੱਗ ਗਈ ਹੈ ਤਾਂ ਉਹਨੂੰ ਕਦੇ ਕੱਢਿਆ? ਹੋਰ ਇੰਨੇ ਮੁੱਦੇ ਇਹਨਾਂ ਦੇ ਆਏ ਆ। ਕਦੇ ਗਰੀਬ ਦੇ ਘਰ ਜਾ ਕੇ ਇਹਨਾਂ ਨੇ ਉਹ ਮੋਮਬੱਤੀਆਂ ਚਲਾਈਆਂ ਕਦੀ ਦਿਵਾਲੀ 'ਤੇ ਆ ਕੇ? ਪਹਿਲਾਂ ਅੱਜ ਤੱਕ ਕਦੇ ਦਿਵਾਲੀ
ਇਹ ਸਿਰਫ ਜਿਹੜੀ ਇਹਨਾਂ ਦੀ ਆ ਵੀ ਇਹਨਾਂ ਨੇ ਗਰੀਬ ਬੰਦਿਆਂ ਨੂੰ ਇੱਕ ਮਟੀਰੀਅਲ ਸਮਝ ਲਿਆ ਆ ਕਿ ਅਸੀਂ ਇਹਨਾਂ ਨੂੰ ਹੁਣ ਆਪਾਂ ਇੱਦਾਂ ਦੀਆਂ ਲੁਭਾਵਣੀਆਂ ਚੀਜ਼ਾਂ ਕਰੀਏ ਤਾਂ ਕਿ ਇਹ ਜਿਹੜੇ ਲੋਕ ਆ ਮਿਸਗਾਈਡ ਹੋ ਕੇ ਵੋਟ ਪਾਉਣ। ਪਰ ਇੱਦਾਂ ਹੁਣ ਕਦੀ ਨਹੀਂ ਹੋਣੀ, ਕਿਉਂਕਿ ਇਹਨਾਂ ਬੰਦਿਆਂ ਨੇ ਦੇਖੋ, ਇਹਨਾਂ ਦੇ ਜਿਹੜੇ ਮੁੱਖ ਮੰਤਰੀ ਆ ਪੌਣੇ 5 ਸਾਲ ਰਹੇ, ਉਹਨਾਂ ਨੇ ਤਾਂ ਕਦੇ ਸੜਕ 'ਤੇ ਖੜ ਕੇ ਨਹੀਂ ਕਦੀ ਦੇਖਿਆ। ਹੁਣ ਜਿਹੜੇ ਇਹ ਬੰਦੇ ਆ, ਹੁਣ ਲੋਕਾਂ ਨੂੰ ਤੁਸੀਂ ਇਹ ਕਹਿ ਰਹੇ ਆ ਕਿ ਅਸੀਂ ਜੀ ਹੁਣ ਆਹ ਕੰਮ ਕਰ ਦੇਣਾ, ਅਸੀਂ ਹੁਣ ਲੋਕਾਂ ਦੇ ਲਈ ਹੁਣ ਆਪਾਂ ਚੰਗੇ ਕੰਮ ਕਰਦੇ। ਉਸ ਤੋਂ ਬਾਅਦ ਜਦੋਂ ਕੋਈ ਮੁਲਾਜ਼ਮ ਭਰਾ ਆਪਣੇ ਹੱਕ ਦੇ ਲਈ ਚੰਨੀ ਸਾਹਿਬ ਕੋ ਤੇ ਨਹੀਂ ਆਪਣੇ ਉਪ ਮੁੱਖ ਮੰਤਰੀ ਸਾਹਿਬ ਕੋ ਤੇ ਰਾਜਾ ਵੜਿੰਗ ਦੇ ਕੋਲ ਜਾਂਦੇ ਆ, ਤੇ ਉਹ ਬੰਦੇ ਕਹਿੰਦੇ ਕੀ ਪਏ, ਤੈਨੂੰ ਮੈਂ ਦੇਖ ਲਊਂ, ਤੈਨੂੰ ਮੈਂ ਠੋਕ ਕੇ ਰੱਖ ਦੂੰ, ਤੈਨੂੰ ਮੈਂ ਬੋਲਣਾ ਸਿਖਾ ਦੂੰ। ਇੱਕ ਜਿਹੜੇ ਮੁਲਾਜ਼ਮ ਆ ਸਰਕਾਰੀ ਜਿਹੜੇ ਭਰਾ ਆ, ਇਹ ਸਰਕਾਰ ਦੀ ਪ੍ਰਾਪਰਟੀ ਆ। ਜਿਹੜੀ ਇਹ ਤਨਖਾਹ ਆ, ਜਿਹੜੀ ਲੋਕਾਂ ਦੁਆਰਾ ਦਿੱਤਾ ਗਿਆ ਟੈਕਸ ਆ, ਉਹਦੀ ਸਰਕਾਰ ਦਿੰਦੀ ਆ। ਕਿਹਨੇ ਰਾਈਟ ਦਿੱਤਾ ਰਾਜੇ ਵੜਿੰਗ ਨੂੰ ਤੇ ਕਿਹਨੇ ਰਾਈਟ ਦਿੱਤਾ ਉਪ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਸੀਂ ਮੁਲਾਜ਼ਮਾਂ ਨੂੰ ਦਬ ਕੇ ਮਾਰੋ? ਜੇ ਕੋਈ ਬੰਦਾ ਬਿਮਾਰ ਹੋ ਜਾਂਦਾ, ਉਹਨੇ ਡਾਕਟਰ ਕੋਲ ਹੀ ਜਾਣਾ ਹੈ, ਆਪਣੀ ਦਰਦ ਦੱਸਣ ਲਈ ਡਾਕਟਰ ਕੋਲ ਜਾਏਗਾ। ਡਾਕਟਰ ਅੱਗੇ ਕਹੇ ਜਾ ਤੂੰ ਕਰ ਲਾ ਜੋ ਕਰਨਾ, ਜਿੱਥੋਂ ਟੀਕਾ ਲਵਾਉਣਾ ਲਵਾ ਲਾ। ਇਹ ਗੱਲਾਂ ਦੇ ਹੱਲ ਨਹੀਂ ਹੈਗੇ ਕਿ ਲੋਕਾਂ ਦਾ ਤਾਂ ਜਿਹੜਾ ਦਰਦ ਆ ਹੁਣ ਆ ਰਿਹਾ ਲੋਕਾਂ ਦਾ ਬਾਹਰ। ਲੋਕੀ ਕਹਿੰਦੇ ਇਹਨਾਂ ਦੇ ਪੌਣੇ 5 ਸਾਲ ਲੁੱਟ ਕੇ ਤੇ ਸਾਡੀ ਜਾਨ ਕੱਢ ਦਿੱਤੀ, ਸਾਨੂੰ ਸੜਕਾਂ 'ਤੇ ਲੈ ਕੇ ਆਂਦਾ। ਜੇ ਆਮ ਬੰਦਾ ਘਰ ਨਹੀਂ ਸੀ ਬਣਾ ਸਕਦਾ, ਇਹਨਾਂ ਨੇ 5-5 ਹਜ਼ਾਰ ਰੁਪਏ ਨੂੰ ਟਰਾਲੀ ਕਰ ਦਿੱਤੀ। ਠੀਕ ਆ, ਹੁਣ ਰੇਤਾ ਕਿੱਦਾਂ ਸਸਤਾ ਹੋ ਗਿਆ? ਰੇਟਾ ਮੈਨੂੰ ਇੱਕ ਦੱਸੋ ਵੀ ਬਿਜਲੀ ਕਿੱਦਾਂ ਸਸਤੀ ਹੋ ਗਈ, ਪੈਟਰੋਲ ਕਿੱਦਾਂ ਸਸਤਾ? ਇਹਦਾ ਮਤਲਬ ਕਿ ਪਹਿਲਾਂ ਪੈਸੇ ਜੋੜ ਲਏ, ਹੁਣ ਲੋਕਾਂ ਨੂੰ ਇਹ ਵਿਕਾਸ ਦੇ ਨਾਮ ਤੇ ਮਿਸਗਾਈਡ ਕਰਦੇ ਆ ਕਿ ਹੁਣ ਜੀ ਆਪਾਂ ਵਿਕਾਸ ਕਰ ਰਹੇ ਹਾਂ। ਇਹ ਕੋਈ ਪਰ ਚੇਚੀ ਸਾਹਿਬ, ਉਹਨਾਂ ਦੇ ਇਹਨਾਂ ਫੈਸਲੇ ਤੋਂ ਬਹੁਤ ਸਾਰੇ ਲੋਕ ਖੁਸ਼ ਵੀ ਨਜ਼ਰ ਆ ਰਹੇ ਨੇ। ਉਹਨਾਂ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ? ਬੇਸ਼ੱਕ ਵਿਰੋਧੀ ਹੁੰਦੇ ਨੇ ਹਰ ਕਿਸੇ ਦੇ, ਚਾਹੇ ਉਹ ਸਿਆਸਤ ਹੈ, ਚਾਹੇ ਆਪਾਂ ਕਿਸੇ ਵੀ ਪੱਧਰ ਤੇ ਕਿਸੇ ਵੀ ਖੇਤਰ ਦੀ ਗੱਲ ਕਰ ਲਈਏ, ਹੇਟਰਸ ਹੁੰਦੇ ਨੇ, ਵਿਰੋਧੀ ਹੁੰਦੇ ਨੇ, ਪਰ ਜਿਹੜੇ ਲੋਕ ਉਹਨਾਂ ਦੇ ਇਹਨਾਂ ਫੈਸਲਿਆਂ ਦੀ ਪ੍ਰਸ਼ੰਸਾ ਕਰ ਰਹੇ ਨੇ, ਦਿਲ ਖਿੱਚਵੇਂ ਲੱਗ ਰਹੇ ਨੇ, ਲੋਕਾਂ ਨੂੰ ਲੁਭਾਵਣੇ ਲੱਗ ਰਹੇ ਨੇ, ਵੋਟ ਪਾਉਣ ਦੇ ਲਈ ਲੋਕ ਤਿਆਰ ਨੇ ਕਾਂਗਰਸ ਨੂੰ, ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿ ਉਹਨਾਂ ਨੂੰ ਇਹਨਾਂ ਫੈਸਲਿਆਂ ਦੀ ਸਮਝ ਨਹੀਂ ਆ ਰਹੀ, ਜਾਂ ਵਾਕਈ ਫੈਸਲੇ ਜਿਹੜੇ ਨੇ ਉਹ ਲੋਕ ਹਿੱਤਾਂ ਦੇ ਵਿੱਚ ਨੇ, ਲੋਕਾਂ ਦਾ ਫਾਇਦਾ ਹੋਇਆ? ਜਿਨ੍ਹਾਂ ਨੇ ਵੋਟਾਂ ਪਾਣੀਆਂ ਉਹ ਤਾਂ ਖੇਤਾਂ 'ਚ ਕੰਮ ਕਰਦੇ ਆ, ਜਿਨ੍ਹਾਂ ਨੇ ਵੋਟਾਂ ਪਾਣੀਆਂ ਉਹ ਤਾਂ ਵਿਚਾਰੇ ਫੈਕਟਰੀ 'ਚ ਕੰਮ ਕਰ ਰਹੇ ਆ, ਜਿਨ੍ਹਾਂ ਨੇ ਵੋਟਾਂ ਪਾਣੀਆਂ ਮੰਡੀਆਂ 'ਚ ਕੰਮ ਕਰ ਰਹੇ ਆ। ਇਹ ਤਾਂ ਜਿਹੜੇ ਲੋਕ ਨੇ, ਇਹ ਤਾਂ ਚੰਦ ਲੋਕ ਨੇ ਕਿ ਜਿਹੜੇ ਮੋਬਾਈਲ ਫੜ ਕੇ ਗੱਲਾਂ ਕਰਦੇ ਆ ਜੀ ਚੰਨੀ ਸਾਹਿਬ ਨੇ ਬਹੁਤ ਚੰਗੇ ਕੰਮ ਕੀਤੇ, ਤੁਸੀਂ ਕਿਸੇ ਬਜ਼ੁਰਗਾਂ ਦੇ ਨਾਲ ਖੜ ਕੇ ਫੋਟੋ ਖਿਚਾ ਰਹੇ ਆ। ਇਹ ਤਾਂ ਕੁਛ ਚੰਦ ਲੋਕ ਨੇ। ਜਿਨ੍ਹਾਂ ਲੋਕਾਂ ਨੇ ਵੋਟਾਂ ਪਾਣੀਆਂ ਉਹ ਤਾਂ ਆਪਣੇ ਕੰਮਾਂ ਕਾਰਾਂ ਨੂੰ ਗਏ, ਉਹ ਤਾਂ ਇਹਨਾਂ ਨੂੰ ਜਵਾਬ ਦਊਗੇ ਵੀ ਇਹਨਾਂ ਨੇ ਜਿਹੜੀ ਮਾੜੀ ਕੀਤੀ। ਸਾਡੇ ਕਿਸਾਨ ਭਰਾ ਦੇਖੋ 1 ਸਾਲ ਪੂਰਾ ਉੱਥੇ ਬੈਠੇ ਰਹੇ, 700 ਦੇ ਕਰੀਬ ਬੰਦੇ ਮਰ ਗਏ। ਇੱਕ ਘਰ ਦਾ ਮੁਖੀਆ ਮਰ ਜਾਣਾ ਕਿੱਡੀ ਵੱਡੀ ਗੱਲ ਆ। ਕਿ ਮੇਰੀ ਸਮਝ ਮੁਤਾਬਕ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਘਾਟਾ ਜੀ ਦਾ ਹੁੰਦਾ ਆ ਕਿ ਜਿਹੜਾ ਇਹ ਬੀਜੇਪੀ ਸਰਕਾਰ ਨੇ, ਅਕਾਲੀ ਦਲ ਨੇ ਤੇ ਉਹਦੇ ਤੋਂ ਬਾਅਦ ਕਾਂਗਰਸ ਸਰਕਾਰ ਨੇ, ਇਹਨਾਂ ਤਿੰਨਾਂ ਹੀ ਪਾਰਟੀਆਂ ਨੇ ਰਲ ਕੇ ਪਲਾਨ ਲਾ ਕੇ ਉਹ 700 ਸਾਡੇ ਜਿਹੜੇ ਕਿਸਾਨ ਭਰਾ ਆ ਉਹ ਠੰਡਾ ਦੇ ਵਿੱਚ ਮਾਰੇ ਆ। ਉਹ 700 ਬੰਦਾ ਆ, ਜਿਹੜਾ 700 ਪਰਿਵਾਰ ਆ, ਉਹ ਇਹਨਾਂ ਨੂੰ ਜਵਾਬ ਦਊਗੇ 2022 ਦੇ ਵਿੱਚ ਵੀ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਊਗੀ। ਲੋਕੀ ਭੁੱਲੂਗੇ ਨਹੀਂ ਕਦੇ ਵੀ ਇਹ ਜਿਹੜਾ ਇੰਨੇ ਸਾਡੇ ਭਰਾ ਸ਼ਹੀਦ ਹੋਏ ਆ, ਉਹਨਾਂ ਦਾ ਕਸੂਰ ਦੱਸੋ ਕੀ ਸੀਗਾ? ਠੰਡ ਦੇ ਵਿੱਚ ਜਦੋਂ ਜ਼ਿਮੀਂਦਾਰ ਭਰਾ ਜਾਂਦੇ, ਕਦੇ ਆਪਣੇ ਜਾਨਵਰਾਂ ਤੋਂ ਉਹਨਾਂ ਨੂੰ ਕਦੀ ਦੇਖਣਾ ਪੈਂਦਾ, ਸਾਰੀ ਰਾਤ ਉਹਨਾਂ ਨੂੰ ਮੰਡੀਆਂ 'ਚ ਧੱਕੇ ਖਾਣੇ ਪੈਂਦੇ ਆ। ਕਦੇ ਮੀਂਹ ਦੇ ਨਾਲ ਕਿਸੇ ਚੀਜ਼ ਦੇ ਨਾਲ ਜਿਹੜੀ ਆ ਉਹ ਬਾਰਿਸ਼ ਫਸਲਾਂ ਨੂੰ ਨੁਕਸਾਨ ਹੁੰਦਾ। 10-10 ਲੱਖ ਰੁਪਏ ਟਰੈਕਟਰ ਲੈ ਕੇ ਉਹ 4-4 ਲੱਖ ਰੁਪਏ ਮੰਡੀਆਂ ਵਿੱਚ ਜਾ ਕੇ ਦੇਖੋ ਕਿ ਕਿੰਨਾ ਇਹਨਾਂ ਜ਼ਿਮੀਂਦਾਰਾਂ ਦਾ ਇਹਨਾਂ ਨੇ ਨੁਕਸਾਨ ਕਰਕੇ ਰੱਖ ਦਿੱਤਾ। ਉਹਦੇ ਤੋਂ ਬਾਅਦ ਜਿਹੜਾ ਡੀਜ਼ਲ ਸੀ, ਸਾਡੇ ਭਰਾ ਡੀਜ਼ਲ ਦਾ ਕਿੰਨਾ ਕੰਮ ਕਰਦੇ ਆ, ਕਿ ਕੱਲੀ ਮਸ਼ੀਨਰੀ ਡੀਜ਼ਲ ਦੇ ਨਾਲ ਚੱਲਦੀ ਆ। ਉਹ ਡੀਜ਼ਲ ਦੀ ਆੜ ਦੇ ਵਿੱਚ ਇਹਨਾਂ ਨੇ ਪਤਾ ਨਹੀਂ ਕਿੰਨੇ ਪੈਸੇ ਲੋਕਾਂ ਤੋਂ ਖੋਏ ਆ। ਲੋਕਾਂ ਨੇ ਫਾਹੇ ਮਜਬੂਰੀ ਵਿੱਚ ਲਾਏ ਆ, ਜਿਹੜੇ ਉਹਨਾਂ ਨੇ ਆਪਣੇ ਹੁਣ ਇੱਕ ਜ਼ਿਮੀਂਦਾਰ ਬੰਦਿਆਂ ਦਾ ਕਮਾਈ ਦਾ ਸਾਧਨ ਕੀ ਕਿ ਫਸਲ ਹੁੰਦੀ ਆ, ਕਿ ਫਸਲ 'ਤੇ ਉਹਨਾਂ ਨੇ ਆਪਣੇ ਬੱਚੇ ਆ ਜਿਹੜੇ ਵਿਆਹਣੇ ਆ, ਫਸਲ 'ਤੇ ਉਹਨਾਂ ਨੇ ਆਪਣੇ ਮਕਾਨ ਬਣਾਉਣੇ ਆ, ਫਸਲ ਤੋਂ ਹੀ ਆਪਣੇ ਸਾਰੇ ਕਾਰ-ਵਿਹਾਰ ਕਰਨੇ। ਫਸਲ ਹੀ ਖਤਮ ਕਰਨੇ ਦੇ ਲਈ ਮੋਦੀ ਨੇ ਤੇ ਅਕਾਲੀ ਦਲ ਨੇ ਤੇ ਕਾਂਗਰਸ ਨੇ ਪੂਰਾ ਯਤਨ ਲਾ ਲਿਆ ਕਿ ਅਸੀਂ ਜਿਹੜੇ ਜ਼ਿਮੀਂਦਾਰ ਭਰਾ ਆ, ਮਜ਼ਦੂਰ ਭਰਾ ਆ, ਇਹਨਾਂ ਸਾਰਿਆਂ ਨੂੰ ਅਸੀਂ ਮਾਰਨਾ ਆ। ਹੋਰ ਬਚਾਉਣ ਦੇ ਲਈ ਇਹਨਾਂ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ। ਠੀਕ ਹੈ, ਕੋਈ ਕੰਮ ਨਹੀਂ ਕੀਤਾ, ਤੁਹਾਡੇ ਦੋਸ਼ ਨੇ। ਆਪ ਦੀ ਜੇ ਗੱਲ ਕਰੀਏ, ਅਸੀਂ ਹੁਣ ਆਪਣੇ ਸ਼ਹਿਰ ਦੇ ਵਿੱਚ ਆ ਜਾਈਏ ਤਾਂ ਆਪ ਨੂੰ ਕਿੱਥੇ ਖੜਾ ਦੇਖਦੇ ਹੋ? ਤਾਂ ਜੇਕਰ ਪਾਰਟੀ ਤੁਹਾਡੇ ਤੇ ਭਰੋਸਾ ਦਿਖਾ ਕੇ ਤੁਹਾਨੂੰ ਟਿਕਟ ਦਿੰਦੀ, ਕਿਹਨਾਂ ਮੁੱਦਿਆਂ ਨੂੰ ਲੈ ਕੇ ਚੋਣ ਲੜਨ ਦੀ ਤਿਆਰੀ ਖਿੱਚੀ ਹੋਈ ਹੈ? ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ। ਤੁਸੀਂ ਸਭ ਤੋਂ ਪਹਿਲਾਂ ਤਾਂ ਇੱਕ ਅਵਾਰਾ ਜਿਹੜੇ ਜਾਨਵਰ ਆ ਉਹ ਤੁਸੀਂ ਦੇਖ ਸਕਦੇ ਆ।
ਵੀ ਉਹ ਕਿੰਨੇ ਘੁੰਮਦੇ ਆ। ਥਾਂ ਥਾਂ ਕੂੜੇ ਦੇ ਜਿਹੜੇ ਡੰਪ ਲੱਗੇ ਆ ਉਹ। ਮੈਂ ਇਸੇ ਗੱਲ ਤੇ ਆਉਣ ਲੱਗਾ ਸੀ ਚੀਚੀ ਸਾਹਿਬ, ਸ਼ਾਇਦ ਹੁਸ਼ਿਆਰਪੁਰ ਦੇ ਜਿਹੜੇ ਮੁੱਖ ਮੁੱਦੇ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਤੇ ਦਿਨ ਪ੍ਰਤੀ ਦਿਨ ਗੰਭੀਰ ਹੁੰਦਾ ਜਾ ਰਿਹਾ ਮੁੱਦਾ ਜਿਹੜਾ ਉਹ ਕੂੜੇ ਦੇ ਡੰਪ ਨੇ। ਬੇਸ਼ੱਕ ਵੱਡੇ ਅਧਿਕਾਰੀ ਜਿਹੜੇ ਨੇ, ਵੱਡੇ ਕਰਮਚਾਰੀ ਜਿਹੜੇ ਨੇ, ਜਾਂ ਸਿਆਸਤਦਾਨ ਲੋਕ ਨੇ, ਜਦੋਂ ਉਹਨਾਂ ਦੇ ਘਰਾਂ ਨੂੰ ਜਾਂਦੇ ਮਾਰਗਾਂ ਤੇ ਜਾਓਗੇ ਤਾਂ ਸ਼ਾਇਦ ਤੁਹਾਨੂੰ ਲੱਗੇਗਾ ਕਿ ਅਸੀਂ ਟੋਰਾਂਟੋ ਦੇ ਵਿੱਚ ਆ ਗਏ ਹਾਂ, ਅਸੀਂ ਸ਼ਾਇਦ ਯੂਕੇ ਦੇ ਵਿੱਚ ਜਾਂ ਕਿਸੇ ਪੈਰਿਸ, ਲੰਡਨ ਦੇ ਵਿੱਚ ਘੁੰਮ ਰਹੇ ਹਾਂ। ਪਰ ਜਿਵੇਂ ਹੀ ਉਹਨਾਂ ਮਾਰਗਾਂ ਤੋਂ ਹਟ ਕੇ ਤੁਸੀਂ ਸ਼ਹਿਰ ਦੀਆਂ ਤੰਗ ਅੰਦਰੂਨੀ ਗਲੀਆਂ ਦੇ ਵਿੱਚ ਜਾਓਗੇ, ਜਾਂ ਸ਼ਹਿਰ ਤੋਂ ਥੋੜ੍ਹਾ ਜਿਹਾ ਹਟ ਕੇ ਪਾਸੇ ਨੂੰ ਕਿਸੇ ਚੋਅ ਜਾਂ ਕਿਸੇ ਖੱਡ ਵੱਲ ਨੂੰ ਜਾਓਗੇ, ਤਾਂ ਸ਼ਾਇਦ ਤੁਸੀਂ ਨੱਕ 'ਤੇ ਮਾਸਕ ਲਾ ਕੇ ਵੀ ਤੁਹਾਨੂੰ ਸ਼ਾਇਦ ਚੈਨ ਨਾ ਪਵੇ। ਤਾਂ ਇੱਥੋਂ ਤੱਕ ਕਿ ਹਾਸੋਹੀਣੀ ਸਥਿਤੀ ਇਹ ਵੀ ਹੋ ਗਈ ਹੈ ਕਿ ਜੇਕਰ ਹੁਣ ਕਿਸੇ ਦੇ ਮਹਿਮਾਨ ਆਉਂਦੇ ਨੇ ਅੱਜ ਦੇ ਦਿਨਾਂ ਦੇ ਵਿੱਚ, ਤਾਂ ਪਛਾਣ ਇਹ ਬਣਨ ਲੱਗ ਗਈ ਹੈ ਕਿ ਤੁਸੀਂ ਫਲਾਣੀ ਰੋਡ ਤੋਂ ਫਲਾਣੇ ਰੋਡ 'ਤੇ ਜਾਣਾ ਹੈ, ਉਸ ਤੋਂ ਅੱਗੇ ਇੱਕ ਚੋਅ ਆਉਣਾ, ਉੱਥੇ ਗੰਦਗੀ ਦਾ ਬਹੁਤ ਵੱਡਾ ਢੇਰ ਲੱਗਾ ਹੋਵੇਗਾ, ਬੜੀ ਬਦਬੂ ਆਵੇਗੀ, ਉਸ ਨੂੰ ਕ੍ਰੋਸ ਕਰਕੇ ਅੱਗੇ ਇੱਕ ਛੋਟੀ ਚੋਈ ਆਵੇਗੀ 3 ਤੋਂ 5 ਕਿਲੋਮੀਟਰ ਦੇ ਉੱਤੇ, ਅਤੇ ਉੱਥੇ ਤੁਹਾਨੂੰ ਫਿਰ ਬਦਬੂ ਜੀ ਦਿਖਾਈ ਦੇਵੇਗੀ, ਬੜੀ ਗੰਦਗੀ ਅਤੇ ਬੜੇ ਅਵਾਰਾ ਜਾਨਵਰ ਖੜ੍ਹੇ ਹੋਣਗੇ, ਉੱਥੋਂ ਤੁਸੀਂ ਰਾਈਟ ਲੈ ਲੈਣਾ। ਪਛਾਣ ਇਹ ਬਣਨ ਲੱਗ ਗਈ ਹੈ। ਬਹੁਤ ਵੱਡੇ ਮੁੱਦੇ 'ਤੇ ਤੁਸੀਂ ਗੱਲ ਕੀਤੀ ਚੀਚੀ ਸਾਹਿਬ। ਉਸ ਤੋਂ ਬਾਅਦ ਗੰਦਗੀ ਦਾ ਮੁੱਦਾ ਹੋ ਗਿਆ, ਉਹਦੇ ਵਿੱਚ ਕਾਰਪੋਰੇਸ਼ਨ ਨੇ ਪੂਰੀ ਤਰ੍ਹਾਂ ਹੱਥ ਖੜੇ ਕਰ ਦਿੱਤੇ ਆ। ਕਾਰਪੋਰੇਸ਼ਨ ਦੇ ਦਫ਼ਤਰ ਦੇ ਮੇਰੇ ਖਿਆਲ 100 ਮੀਟਰ ਦਾ ਦਾਇਰਾ ਵੀ ਨਹੀਂ ਜਿੱਥੇ ਕੂੜੇ ਦਾ ਡੰਪ ਵੀ ਆ, ਔਰ ਕਚਰਾ ਦਿਨੋਂ ਦਿਨ ਵੱਧਦਾ ਜਾ ਰਿਹਾ, ਲੋਕ ਮਰੇ ਹੋਏ ਜਾਨਵਰ ਉੱਥੇ ਸੁੱਟਣ ਲੱਗ ਗਏ ਨੇ। ਉਹੀ ਦੱਸਣ ਜਾ ਰਿਹਾ ਕਿ ਸਰਕਾਰ ਦੀ ਕਰੋੜਾਂ ਰੁਪਈਆਂ ਦੀ ਪ੍ਰਾਪਰਟੀ ਬਰਬਾਦ ਕੀਤੀ ਹੈ, ਕਰੋੜਾਂ ਰੁਪਈਆ ਖਰਾਬ ਕੀਤਾ ਆ, ਜਿਹੜਾ ਕਿ ਬਿਨਾਂ ਕਿਸੇ ਪਲਾਨ ਤੋਂ। ਜਿਹੜੇ ਕੂੜੇ ਦੇ ਡੰਪ ਦੇ ਜਿਹੜੇ ਸ਼ੈਲਟਰ ਹੈ ਉਹਨਾਂ 'ਤੇ ਵੀ ਲੱਖਾਂ ਰੁਪਈਆ ਲੱਗਿਆ। ਉਹਦੇ ਤੋਂ ਬਾਅਦ ਤੁਸੀਂ ਇਹ ਦੇਖਿਆ ਨਾ ਕਿ ਜਦੋਂ ਅਕਾਲੀ ਸਰਕਾਰ ਸੀ, ਇਹਨਾਂ ਨੇ ਕਿ ਸੁਵਿਧਾ ਕੇਂਦਰ ਬਣਾਏ ਸੀ, ਉਹ ਘੱਟੋ ਘੱਟ ਕਰੋੜ ਰੁਪਏ ਦੇ ਕਰੀਬ ਉਹ ਬਿਲਡਿੰਗਾਂ ਬਣੀਆਂ। ਅੱਜ ਦੀ ਡੇਟ ਦੇ ਵਿੱਚ ਤਾਂ ਲੋਕੀ ਪਾਥੀਆਂ ਪੱਥਦੇ ਨੇ ਜਾਂ ਉਹ ਬਿਲਕੁਲ ਬੰਦ ਪਏ ਆ। ਉਹ ਜਿਹੜੀ ਪ੍ਰਾਪਰਟੀ ਦਾ ਕੋਈ ਵੀ ਉਹਦਾ ਧਿਆਨ ਦੇਣ ਲਈ ਰਾਜੀ ਨਹੀਂ ਹੈਗਾ। ਅਗਰ ਉੱਥੇ ਸੁਵਿਧਾ ਕੇਂਦਰ ਨਹੀਂ ਬਣ ਸਕਦਾ ਸੀ, ਸਾਡੇ ਜਿਹੜੇ ਸੁਵਿਧਾ ਕੇਂਦਰ ਦੇ ਭਰਾ ਉਹਨਾਂ ਨੂੰ ਬਾਹਰ ਕੱਢ ਦਿੱਤਾ। ਉਹਨਾਂ ਨੂੰ ਪਤਾ ਨਹੀਂ ਕੀ ਗੱਲ ਸੀਗੀ ਕਿ ਜਦੋਂ ਤੱਕ ਉਹਨਾਂ ਨੇ ਕੰਮ 10 ਸਾਲ ਕੰਮ ਲਿਆ, ਬਾਅਦ ਵਿੱਚ ਉਹ ਕਹਿੰਦੇ ਤੁਸੀਂ ਐਲੀਜੀਬਲ ਨਹੀਂ ਹੈਗੇ। ਉਹਨਾਂ ਵਿਚਾਰੇ ਗਰੀਬਾਂ ਨੂੰ, ਬੰਦਿਆਂ ਨੂੰ, ਮਜਬੂਰ ਲੋਕਾਂ ਨੂੰ ਬਾਹਰ ਕੱਢ ਦਿੱਤਾ। ਉਹਨਾਂ ਨੇ ਬਹੁਤ ਪ੍ਰੋਟੈਸਟ ਕੀਤੇ ਪਰ ਕੋਈ ਜ਼ੋਰ ਨਹੀਂ ਚੱਲਿਆ। ਉਸ ਜਗ੍ਹਾ 'ਤੇ ਡਿਸਪੈਂਸਰੀ ਬਣ ਸਕਦੀ ਸੀ, ਹੋਰ ਬਹੁਤ ਸਾਰੇ ਕੰਮ ਕਰਦੇ ਸਰਕਾਰ। ਹੁਸ਼ਿਆਰਪੁਰ ਦੇ ਵਿੱਚ ਜਿਹੜੀਆਂ ਤੁਸੀਂ ਸੜਕਾਂ ਦੇ ਹਾਲ ਦੇ ਸਕਦੇ ਆ, ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦੇ ਵੱਡੇ ਟੋਏ ਪਏ ਆ, ਪਰ ਜਿਹੜੀਆਂ ਸ਼ਹਿਰ ਦੀਆਂ ਸੜਕਾਂ ਆ, ਜਿਹੜੀਆਂ ਬਣੀਆਂ ਨੂੰ ਫਿਰ ਮੁੜ ਕੇ ਬਣਾਇਆ ਜਾ ਰਿਹਾ। ਇਹ ਜਿਹੜੀ ਸੈਕਟਰੀਏਟ ਦੇ ਮੋਹਰੇ ਜਿਹੜੀ ਸੜਕ ਜਾ ਰਹੀ ਹੈ, ਘੱਟੋ ਘੱਟ ਉਹ ਸਾਈਡਾਂ ਤੋਂ 8-8, 9-9 ਇੰਚ ਉੱਚੀ ਆ, ਅਤੇ ਜਿਹੜਾ ਸਾਈਡਾਂ ਦੇ ਜਿਹੜੇ ਲੋਕੀ ਰਾਤ ਨੂੰ ਆਉਂਦੇ ਆ ਕੰਮਾਂ ਕਾਰਾਂ ਤੋਂ, ਉਹ ਐਕਸੀਡੈਂਟ ਦਾ ਕਾਰਨ ਬਣਦੇ ਆ। ਹੁਸ਼ਿਆਰਪੁਰ ਦੀ ਜਨਤਾ ਨੂੰ ਬਚਾਉਣ ਦੇ ਲਈ ਕੋਈ ਵੀ ਪਲਾਨ ਇੱਦਾਂ ਦਾ ਨਹੀਂ ਲਾਇਆ ਗਿਆ ਕਿ ਜਿੱਥੋਂ ਸਾਡਾ ਕੋਈ ਬਚਾਅ ਹੋ ਸਕੇ। ਹੁਣ ਤੁਸੀਂ ਅਕਾਲੀ ਦਲ ਦੀ ਹੀ ਸੋਚੋ, ਉਹਨਾਂ ਨੇ ਕਿ ਉਹ ਰੌਲਾ ਪਾ ਰਹੇ ਵੱਡਾ ਕਿ ਆਪਾਂ 10 ਲੱਖ ਰੁਪਈਆ ਬੱਚੇ ਨੂੰ ਬਾਹਰ ਭੇਜਣ ਦੇ ਲਈ ਦੇਵਾਂਗੇ। ਤੁਸੀਂ ਇੱਕ ਮੈਨੂੰ ਦੱਸਿਓ ਕਿ ਇੱਕ ਬੰਦੇ ਨੇ ਸਾਰੀ ਜ਼ਿੰਦਗੀ ਦੀ ਪੂੰਜੀ ਲਾ ਕੇ ਆਪਣੇ ਬੱਚੇ ਨੂੰ ਪੜ੍ਹਾਉਣਾ ਆ, ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਦੇਣਾ? ਤੁਸੀਂ ਆਪਣੇ ਬੱਸ ਸਟੈਂਡ 'ਤੇ ਹੁਸ਼ਿਆਰਪੁਰ ਜਾਓ ਅਤੇ ਪਤਾ ਲੱਗਦਾ ਪਿਆ ਕਿ ਅਮਰੀਕਾ ਜਾਣ ਲਈ ਮਿਲੋ, ਕੈਨੇਡਾ ਜਾਣ ਲਈ ਮਿਲੋ, ਇੰਗਲੈਂਡ ਜਾਣ ਲਈ ਮਿਲੋ। ਉੱਥੇ ਤਾਂ ਇੱਦਾਂ ਹੀ ਨਜ਼ਰ ਆ ਰਿਹਾ ਕਿ ਇਹ ਤਾਂ ਇੱਕ ਅੱਡੇ ਬਣੇ ਆ ਲੋਕਾਂ ਨੂੰ ਬਾਹਰ ਭੇਜਣ ਲਈ। ਇੱਥੇ ਇੰਡੀਆ ਦੇ ਵਿੱਚ ਰੱਖਣ ਲਈ ਤਾਂ ਕੁਛ ਸਰਕਾਰ ਦਾ ਕੋਈ ਪਲਾਨ ਹੀ ਹੈ ਨਹੀਂ। ਅਤੇ ਇਹ ਤੁਸੀਂ ਦੱਸੋ ਕਿ ਆਪਣੇ ਜਿਹੜੇ ਨੌਜਵਾਨ ਵੀ ਨਾ, ਅਗਰ ਉਹਨਾਂ ਨੂੰ ਬਾਹਰ ਭੇਜ ਦਿੱਤਾ ਤਾਂ ਸਾਡੇ ਦੇਸ਼ ਦੀ ਤਰੱਕੀ ਕਿਹਨੇ ਕਰਨੀ ਆ? ਆਪਾਂ ਪਹਿਲਾਂ ਅੰਗਰੇਜ਼ਾਂ ਨੂੰ ਉੱਥੋਂ ਬਾਹਰ ਕੱਢਿਆ ਮੁਲਕ 'ਚੋਂ। ਇਹ ਸਾਡੇ ਸਰਦਾਰ ਭਗਤ ਸਿੰਘ ਜੀ ਨੇ ਤਾਂ ਕੁਰਬਾਨੀ ਦਿੱਤੀ, ਹੋਰ ਬਹੁਤ ਸਾਰੀਆਂ ਸ਼ਹੀਦੀਆਂ ਲੋਕਾਂ ਨੇ ਦਿੱਤੀਆਂ। ਅਗਰ ਇਹ ਅੰਗਰੇਜ਼ ਮਾੜੇ ਸੀ, ਉਹਨਾਂ ਨੂੰ ਬਾਹਰ ਕੱਢ ਦਿੱਤਾ, ਮਾੜੇ ਸੀਗੇ, ਤੁਹਾਨੂੰ ਵੀ ਪਤਾ ਕਿ ਮਾੜੇ ਸੀ। ਹੁਣ ਉਹ ਅੰਗਰੇਜ਼ਾਂ ਦੇ ਕੋਲ ਕਿਉਂ ਸਰਕਾਰਾਂ ਸਾਨੂੰ ਭੇਜਣ ਲੱਗੀਆਂ? ਉਹ ਅਗਰ ਉਹੀ ਜਿਹੜੇ ਗੋਰੇ ਸੀ ਉਹਨਾਂ ਦੇ ਕੋਲ ਸਾਨੂੰ ਕਿਉਂ ਹੁਣ ਭੇਜਣ ਲਈ ਮਜਬੂਰ ਕੀਤਾ ਜਾ ਰਿਹਾ? ਇਹਦਾ ਮਤਲਬ ਇਹ ਹੈ ਕਿ ਜਿਹੜੇ ਇਹ ਕਾਲੇ ਅੰਗਰੇਜ਼ ਆ, ਇਹਨਾਂ ਨੇ ਮੁਲਕ ਨੂੰ ਇੱਦਾਂ ਖਾ ਲਿਆ ਆ ਕਿ ਜਿਹੜਾ ਮੁਲਕ ਦਾ ਬਹੁਤ ਬੁਰਾ ਹਾਲ ਹੋਇਆ, ਚਾਹੇ ਉਹ ਹੁਸ਼ਿਆਰਪੁਰ ਲਾ ਲਓ, ਚਾਹੇ ਪੰਜਾਬ ਲਾ ਲਓ। ਪਹਿਲੇ ਮੁੱਦੇ 'ਤੇ ਤੁਸੀਂ ਦੱਸੋ ਕਿ ਕੋਈ ਵੀ ਬੰਦਾ ਆ, ਉਹਦੇ ਜਿਹੜੇ ਬੱਚੇ ਆ ਉਹ ਬਾਹਰ ਜਾਣ ਤੱਕ ਮਜਬੂਰ ਆ, ਪੜ੍ਹੇ ਲਿਖੇ ਨੌਜਵਾਨ ਘਰਾਂ ਦੇ ਵਿੱਚ ਬੈਠੇ ਆ। ਉਹਦੇ ਤੋਂ ਬਾਅਦ ਜਦੋਂ ਤੁਸੀਂ ਘਰ ਤੋਂ ਬਾਹਰ ਜਾਂਦੇ ਆ, ਜਿਹੜੀ ਤਾਂ MLA ਦੀ ਜਾਂ ਮੰਤਰੀ ਦੀ ਕਾਰ ਆ, ਉਹ ਟੋਲ ਪਲਾਜ਼ੇ ਤੋਂ ਫ੍ਰੀ ਜਾਂਦੀ ਆ। ਇੱਕ ਗਰੀਬ ਬੰਦੇ ਦੀ 40,000 ਦੀ ਜਿਹੜੀ ਮਰੂਤੀ ਉਹਦੀ 200 ਰੁਪਈਆ ਪਰਚੀ ਲੱਗਦੀ ਆ। ਉਸ ਤੋਂ ਬਾਅਦ ਜਿਹੜਾ ਡੀਜ਼ਲ ਹੈ, ਉਹ ਪੈਟਰੋਲ ਆ, ਉਹ ਵੀ ਤੁਸੀਂ ਦੇਖ ਲਓ ਕਿਸ ਭਾਅ ਚੱਲਦਾ ਹੈ, ਠੀਕ ਹੈ। ਉਸ ਤੋਂ ਬਾਅਦ ਜਦੋਂ ਅਸੀਂ ਕਿ ਘਰ ਦੇ ਵਿੱਚ ਬੈਠਦੇ ਹਾਂ, ਕਿਤੇ ਕੋਈ ਬੰਦਾ ਪੱਖਾ ਲਾ ਕੇ ਬੈਠਦਾ ਹੈ ਅਤੇ ਉਹਦਾ ਬਿੱਲ ਦੇਖ ਲਓ ਤੁਸੀਂ ਕਿਸ ਭਾਅ ਦਾ। ਅਤੇ ਸਰਕਾਰ ਨੇ ਜਿਹੜੇ ਗਰੀਬਾਂ ਨੂੰ, ਲੋਕਾਂ ਨੂੰ ਮਾਰਨੇ ਲਈ ਬਹੁਤ ਸਾਰੇ ਪਲਾਨ ਇੱਦਾਂ ਦੇ ਬਣਾ ਲਏ ਆ ਕਿ ਬਚਾਉਣੇ ਨਹੀਂ, ਲੋਕ ਮਾਰਨੇ ਆ। ਉਸ ਤੋਂ ਬਾਅਦ ਦੇਖੋ ਸਰਕਾਰ ਦੀਆਂ ਸਕੀਮਾਂ ਕਿੱਦਾਂ ਰਹੀਆਂ। ਨੀਲਾ ਕਾਰਡ ਬਣਾ ਲਿਆ। ਨੀਲੇ ਕਾਰਡ 'ਚ ਲੋਕਾਂ ਨੂੰ ਕਹਿੰਦੇ ਜੀ ਤੁਸੀਂ ਜਿਹੜੇ ਆਟਾ ਦਾਲ ਆ ਉਹ
फ्री कर दी। उस तो बाद ਜਿਹੜੇ ਬੱਚੇ ਆ ਕਹਿੰਦੇ 8ਵੀਂ ਤੱਕ ਕਿਸੇ ਵੀ ਬੱਚੇ ਨੂੰ ਤੁਸੀਂ ਫੇਲ ਨਹੀਂ ਕਰਨਾ। ਉਸ ਤੋਂ ਬਾਅਦ ਇਹ ਲੋਕਾਂ ਨੂੰ ਅਪਾਹਜ ਕਰਨਾ ਚਾਹੁੰਦੇ ਆ ਕਿ ਲੋਕੀ ਕੰਮ ਨਾ ਕਰਨ, ਆਪਣੇ ਹੱਕਾਂ ਪ੍ਰਤੀ ਲੋਕੀ ਜਾਗਣ ਹੀ ਨਾ। ਜਿਹੜੇ ਬੱਚੇ ਆ ਉਹ 8ਵੀਂ ਤੱਕ ਪੜ੍ਹਨ ਤੇ ਫੇਲ ਨਾ ਹੋਣ ਤੇ ਜਦੋਂ 10ਵੀਂ ਜਾਣ ਤੇ ਉਹ ਆਪੇ ਨੇ ਆਪ ਹੀ ਦਿਹਾੜੀ ਤੇ ਜਾਣ ਲਈ ਮਜਬੂਰ ਹੋਣ। ਜਿਹੜੇ ਇਹ ਮੰਤਰੀ ਆ, ਜਿਹੜੇ MLA ਆ, ਇਹਨਾਂ ਦੇ ਜਿਹੜੇ ਬੱਚੇ ਆ ਅਮਰੀਕਾ ਕੈਨੇਡਾ ਵਧੀਆ ਯੂਨੀਵਰਸਿਟੀ 'ਚ ਪੜ੍ਹਦੇ ਨੇ, ਠੀਕ ਹੈ। ਜਿਹੜੇ ਆਮ ਜਿਹੜੇ ਲੋਕ ਆ, ਮਜਬੂਰ ਲੋਕ ਆ, ਉਹ ਅਰਬ ਵਰਗੀ ਕੰਟਰੀ 'ਚ ਜਾਂਦੇ ਜਿੱਥੇ 48-50 ਡਿਗਰੀ ਸੈਲਸੀਅਸ ਦੇ ਵਿੱਚ ਜਾ ਕੇ ਕੰਮ ਕਰਦੇ ਆ। ਜੇ ਇੱਥੇ ਹੈਗੇ ਵੀ ਨੇ ਤਾਂ 7000 7500 6400 5200 ਤੇ ਦੁਕਾਨ ਤੇ ਕਿਸੇ ਜਾਂ ਕਿਸੇ ਫੈਕਟਰੀ 'ਚ ਕੰਮ ਕਰਦੇ ਨੇ, ਠੀਕ ਹੈ। ਇਹਨਾਂ ਨੇ ਕਿਸੇ ਵੀ ਸਰਕਾਰ ਨੇ ਇਹਨਾਂ ਨੇ ਬਚਾਉਣ ਦੇ ਲਈ ਕੋਈ ਯਤਨ ਨਹੀਂ ਲਾਇਆ। ਤੁਸੀਂ ਰੁਜ਼ਗਾਰ ਜਿਹੜੇ ਮੇਲੇ ਲਾਏ ਆ ਸਰਕਾਰ ਨੇ, ਤੁਸੀਂ ਜਾ ਕੇ ਦੇਖੋ। ਤੇ ਜਿਹੜੇ ਕਰਿਆਨੇ ਦੀ ਦੁਕਾਨਾਂ ਵਾਲੇ ਬੰਦਿਆਂ ਦਾ ਵੀ ਉੱਥੇ ਰੱਖ ਦਿੱਤਾ ਆ। ਇੱਕ ਵਧੀਆ ਇੱਕ MBBS ਬੰਦੇ ਨੂੰ 10,000 ਰੁਪਈਆ ਇਹ ਦਿੰਦੇ ਆ ਤੇ ਇੱਕ ਵਧੀਆ ਬੰਦੇ ਨੇ BTech MTech ਕੀਤੀ ਹੈ ਤੇ ਉਹਨੂੰ 7,000 ਰੁਪਏ ਦੇਣ। ਜਿਹੜਾ ਐਜੂਕੇਸ਼ਨ ਦਾ ਗ੍ਰਾਫ ਇਹਨਾਂ ਨੇ ਇੰਨਾ ਕੁ ਨੀਵਾਂ ਕਰ ਦਿੱਤਾ ਕਿ ਮਾਂ-ਬਾਪ ਨੂੰ ਪਛਤਾਵਾ ਲੱਗਦਾ ਕਿ ਅਸੀਂ ਬੱਚਿਆਂ ਨੂੰ ਪੜ੍ਹਾਇਆ ਕਿਉਂ, ਸਾਨੂੰ ਜ਼ਰੂਰਤ ਕੀ ਸੀ ਪੜ੍ਹਾਉਣੇ ਦੀ। ਚੇਤੀ ਸਾਹਿਬ ਇੱਥੇ ਮੈਂ ਰੋਕਾਂਗਾ, ਇੱਥੋਂ ਗੱਲ ਸ਼ੁਰੂ ਕਰਾਂਗੇ। ਸਿਹਤ ਸਹੂਲਤਾਂ ਦੀ ਗੱਲ ਕੀਤੀ ਹੈ ਆਮ ਆਦਮੀ ਪਾਰਟੀ ਤੋਂ ਅਰਵਿੰਦ ਕੇਜਰੀਵਾਲ ਹੋਣਾ ਨੇ, ਬਹੁਤ ਇੱਕ ਚੰਗੀ ਗੱਲ ਹੈ। ਉਮੀਦ ਕਰਦੇ ਹਾਂ ਕਿ ਇਹ ਜਿਹੜੀ ਗੱਲ ਹੈ ਪ੍ਰੈਕਟੀਕਲ ਜ਼ਮੀਨੀ ਪੱਧਰ 'ਤੇ ਹਕੀਕਤ ਵੀ ਹੋ ਸਕੇ। ਪਰੰਤੂ ਜੇ ਪੰਜਾਬ ਵਿੱਚ ਆਪ ਆਉਂਦੀ ਹੈ ਸਿਹਤ ਸਹੂਲਤਾਂ ਵਿੱਚ ਬਦਲਾਅ ਦੀ ਉਹਨਾਂ ਨੇ ਗੱਲ ਕੀਤੀ, ਜੋ ਅੱਜ ਸਭ ਤੋਂ ਵੱਡੀ ਲੋੜ ਹੈ। ਕਿਉਂਕਿ ਜਦੋਂ ਕੋਈ ਬਿਮਾਰ ਹੋ ਜਾਂਦਾ, ਕਿਸੇ ਨੂੰ ਹਾਰਟ ਸਟ੍ਰੋਕ ਹੋ ਜਾਂਦਾ, ਕਿਸੇ ਨੂੰ ਕੋਈ ਹੋਰ ਬਿਮਾਰੀ ਗੰਭੀਰ ਜਿਹੜੀ ਹੋ ਜਾਂਦੀ ਹੈ ਤਾਂ ਖਰਚਾ ਲੱਖਾਂ ਵਿੱਚ ਹੁੰਦਾ ਹੈ ਤੇ ਸਰਕਾਰੀ ਹਸਪਤਾਲ ਵੱਲੋਂ ਪ੍ਰਾਈਵੇਟ ਹਸਪਤਾਲ ਜਾਣ ਦੀ ਰਾਏ ਦਿੱਤੀ ਜਾਂਦੀ ਹੈ ਤੇ ਉੱਥੇ ਜਾ ਕੇ ਬੰਦੇ ਦੇ ਹੱਥ ਖੜੇ ਹੋ ਜਾਂਦੇ। ਕਈ ਵਾਰੀ ਖੁਦ ਕਹਿੰਦੇ ਸੁਣੇ ਦੇਖੇ ਜਾ ਸਕਦੇ ਲੋਕ ਕਿ ਮੇਰੇ ਕੋਲ ਪੈਸੇ ਨੇ, ਤੁਸੀਂ ਬੋਡੀ ਦੇ ਦਿਓ। ਜੀਂਦੇ ਬੰਦੇ ਨੂੰ ਬੋਡੀ ਕਿਸ ਤਰ੍ਹਾਂ ਉਹ ਇਨਸਾਨ ਕਹਿੰਦਾ ਹੋਵੇਗਾ, ਅਸੀਂ ਸਮਝ ਸਕਦੇ ਹਾਂ। ਜਾਂਦੇ ਜਾਂਦੇ ਕਿ ਜੇਕਰ ਆਪ ਆਉਂਦੀ ਹੈ ਪੰਜਾਬ ਦੇ ਵਿੱਚ, ਸਿਹਤ ਸਹੂਲਤਾਂ ਸਿੱਖਿਆ ਦੇ ਵਿੱਚ ਸੁਧਾਰ ਕਰਨ ਦੇ ਲਈ ਵੱਡੇ ਕਦਮ ਪੁੱਟੇ ਜਾਣੇ ਨੇ, ਇਹ ਉਹਨਾਂ ਨੇ ਕਿਹਾ। ਪਰ ਹਕੀਕਤ ਕਿੰਨੀ ਕੁ ਇਹਦੇ ਵਿੱਚ, ਕਿਉਂਕਿ ਐਡਾ ਅਸੰਭਵ ਤਾਂ ਨਹੀਂ ਪਰ ਐਡਾ ਸੁਖਾਲਾ ਵੀ ਨਹੀਂ। ਮੈਂ ਤੁਹਾਨੂੰ ਸਾਰੀ ਗੱਲ ਦਾ ਐਕਸਪਲੇਨ ਬਹੁਤ ਸਹੀ ਤਰੀਕੇ ਨਾਲ ਕਰਕੇ ਦੱਸ ਦੇਣਾ। ਸਾਡੇ ਪੰਜਾਬ ਦੇ ਵਿੱਚ ਬਹੁਤ ਵਧੀਆ ਹਸਪਤਾਲ ਬਣੇ, ਡਿਸਪੈਂਸਰੀਆਂ ਵੀ ਬਣੀਆਂ, ਡਾਕਟਰ ਵੀ ਹੈਗੇ ਨੇ, ਦਵਾਈਆਂ ਵੀ ਹੈਗੀਆਂ, ਉੱਥੇ ਪੇਸ਼ੈਂਟ ਹੈ ਜਿਹੜੇ ਉਹ ਵੀ ਜਾਂਦੇ। ਪਰ ਇੱਕ ਤਰੀਕਾ ਆ ਕਿ ਜਿਹੜੇ ਡਾਕਟਰ ਹੈ ਉਹਨਾਂ ਨੂੰ ਬਕਾਇਦਾ ਸਹੂਲਤ ਦਿੱਤੀ ਜਾਵੇ, ਉਹਨਾਂ ਦੀ ਜਿਹੜੀ ਤਨਖਾਹ ਆ ਉਹਨਾਂ ਨੂੰ ਬਣਦੀ ਵਧੀਆ ਤਰ੍ਹਾਂ ਦਿੱਤੀ ਜਾਵੇ। ਉਹ ਜਿਹੜੇ ਡਾਕਟਰ ਭਰਾ ਆ ਸਾਡੇ ਕੰਮ ਕਰੂਗੇ, ਜਿਹੜੀ ਸਾਡੀਆਂ ਭੈਣਾਂ ਉੱਥੇ ਨਰਸਾਂ ਆ ਉਹ ਵੀ ਕੰਮ ਵਧੀਆ ਕਰੂਗੀਆਂ। ਉਹ ਤੋਂ ਬਾਅਦ ਜਿਹੜੀ ਦਵਾਈ ਦੀ ਸਪਲਾਈ ਆ ਉਹਦੀ ਜਿਹੜੀ ਸਪੀਡ ਆ ਵਧਾ ਦਿੱਤੀ ਜਾਵੇ ਤਾਂ ਕਿ ਲੋਕਾਂ ਨੂੰ ਜਿਹੜੀ ਉੱਥੇ ਦਵਾਈ ਆ ਉਹ ਉਹਨਾਂ ਨੂੰ ਫ੍ਰੀ ਮਿਲੇ। ਉਹ ਤੋਂ ਬਾਅਦ ਤੁਸੀਂ ਦੂਸਰੀ ਗੱਲ ਦੱਸੀ ਕਿ ਜਿਹੜੇ ਉੱਥੇ ਡਾਕਟਰ ਨੇ ਉਹ ਜਿਹੜੀ ਦਵਾਈ ਆ ਉਹ ਵਧੀਆ ਲਿਖਣ। ਸਰਕਾਰ ਅੰਦਰੋਂ ਦਿੱਲੀ ਵਿੱਚ ਤੁਸੀਂ ਜਾ ਕੇ ਦੇਖੋ ਕਿ ਜਿਹੜੇ ਹਸਪਤਾਲ ਇਨਹੇਲਰ ਹੁੰਦੇ, ਜਿਹੜੇ ਸਾਹ ਤੋਂ ਜਿਹੜੇ ਪੰਪ ਹੁੰਦੇ ਆ, ਉਹਨਾਂ ਦੀ 400 ਰੁਪਏ ਕੀਮਤ ਵਾਲੇ ਬਿਲਕੁਲ ਫ੍ਰੀ ਆਫ ਕਾਸਟ ਮਿਲਦੇ ਆ। ਫ੍ਰੀ ਆਫ ਕਾਸਟ ਗੱਲ ਕੀਤੀ ਕਿ ਦਵਾਈਆਂ ਫ੍ਰੀ ਮਿਲਣੀਆਂ ਚਾਹੀਦੀਆਂ ਨੇ, ਗੱਲ ਚੰਗੀ ਹੈ। ਪਰੰਤੂ ਸਾਡੇ ਤਾਂ ਹਸਪਤਾਲ ਦੇ ਵਿੱਚ ਅੰਦਰ ਐਂਟਰ ਕਰਦੇ ਪਹਿਲਾਂ ਪੋਲ ਸਿੱਟ ਦਿੰਦੇ ਆ ਕਿ 20 ਰੁਪਏ ਜਮ੍ਹਾਂ ਕਰਾਓ ਫਿਰ ਅੰਦਰ ਜਾਣ ਦੇਣਾ। ਉਹਦੇ ਲਈ ਵੀ ਮੈਂ ਤੁਹਾਨੂੰ ਦੱਸਣ ਲੱਗਾ ਆ ਕਿ ਸਿਸਟਮ ਇੱਕ ਜਗ੍ਹਾ ਖਰਾਬ ਨਹੀਂ ਹੈਗਾ, ਕਿ ਜਿਹੜੀ ਕਿ ਪਾਰਕਿੰਗ ਹੈ ਉਹਦਾ ਵੀ ਇੱਕ ਟੈਂਡਰ ਲੱਗਾ ਆ। ਉਹ ਟੈਂਡਰ ਅਗਰ ਡਿਸਪਲੇ ਮੋਹਰੇ ਕੀਤਾ ਜਾਵੇ ਕਿ ਉਹ ਸਿਰਫ ਜਿਹੜੀ ਪਰਚੀ ਦਾ ਰਾਈਟ ਹੈ ਉਹ ਸਿਰਫ ਉਹਨਾਂ ਕੋਲ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ ਜਦੋਂ 2 ਵਜੇ ਤੱਕ ਹਸਪੀਟਲ ਬੰਦ ਹੀ ਨਹੀਂ ਹੁੰਦਾ ਉਦੋਂ ਤੱਕ ਉਹਨਾਂ ਦਾ ਰਾਈਟ ਹੈ। ਉਹ ਤਾਂ ਪਰ ਪੋਲ ਇੱਦਾਂ ਲਾ ਕੇ ਬੈਠੇ ਆ ਕਿ ਆਮ ਬੰਦਾ ਉੱਤੇ ਸਾਈਕਲ ਲੈ ਕੇ ਜਾਵੇ ਤੇ 20 ਰੁਪਏ ਦੇ ਕਰੀਬ ਉਹਦਾ ਖਰਚਾ ਆਉਂਦਾ ਤੇ ਪਰਚੀ ਅੰਦਰ 10 ਰੁਪਏ ਦੀ ਹੈ। ਇਹਦਾ ਮਤਲਬ ਕਿ ਜਿਹੜੀ ਪਾਰਕਿੰਗ ਦੀ ਫੀਸ ਜ਼ਿਆਦਾ ਹੋਈ ਤੇ ਜਿਹੜੀ ਬੰਦੇ ਦੀ ਕੀਮਤ ਹੈ ਉਹ ਕੁਛ ਵੀ ਨਹੀਂ ਹੈਗੀ। ਉਹ ਤੋਂ ਬਾਅਦ ਦੂਸਰੀ ਗੱਲ ਅਗਲੀ ਕਰਨ ਜਾ ਰਿਹਾ ਕਿ ਤੁਹਾਡੇ ਜਿਹੜੇ ਤੁਸੀਂ ਮੈਨੂੰ ਦੱਸਿਆ ਹੈ ਕਿ ਸਿੱਖਿਆ ਪ੍ਰਣਾਲੀ ਦੇ ਵਿੱਚ ਕੁਝ ਕਰਨੇ ਦੀ ਜ਼ਰੂਰਤ ਨਹੀਂ ਹੈਗੀ। ਉਹ ਵੀ ਸਕੂਲ ਬਕਾਇਦਾ ਬਣੇ ਆ, ਉੱਥੇ ਜਿਹੜੇ ਟੀਚਰਸ ਨੇ ਉਹਨਾਂ ਦਾ ਬਕਾਇਦਾ ਉਹਨਾਂ ਨੂੰ ਤਨਖਾਹਾਂ ਉਹਨਾਂ ਦੀਆਂ ਬਣਦੀਆਂ ਉਹਨਾਂ ਨੂੰ ਮਿਲਣ। ਜਿਹੜੇ ਡੈਸਕ ਨੇ ਜਾਂ ਉੱਥੇ ਬੈਂਚ ਨੇ ਉਹ ਬਕਾਇਦਾ ਉੱਥੇ ਵਧੀਆ ਬਣਾਏ ਜਾਣ, ਠੀਕ ਆ। ਉਹਨਾਂ ਦੇ ਵਿੱਚ ਇੱਕ ਇੱਦਾਂ ਹੈ ਕਿ ਸਿਸਟਮ ਨੂੰ ਖਰਾਬ ਕੀਤਾ ਆ ਸਰਕਾਰ ਨੇ। ਜਿਹੜੇ ਟੀਚਰ ਆ ਉਹਨਾਂ ਨੂੰ ਕਹਿਤਾ ਤੁਸੀਂ ਰੰਗ ਕਰਵਾਓ। ਜਿਹੜੇ ਸਮਾਰਟ ਸਕੂਲ ਦੀ ਗੱਲਾਂ ਕਰ ਰਹੇ ਆ ਨਾ, ਉਹ ਟੀਚਰਾਂ ਨੂੰ ਕਿਹਾ ਕਿ ਤੁਸੀਂ ਸਕੂਲ ਨੂੰ ਰੰਗ ਕਰਵਾਓ, ਉਹ ਤੁਹਾਡੀ ਜ਼ਿੰਮੇਵਾਰੀ ਆ। ਤੁਸੀਂ ਚਾਹੇ ਬਾਹਰੋਂ ਸੰਸਥਾਨ ਜਿੰਨੇ ਹੈਗੇ ਜਾਂ ਕੋਈ ਬੰਦੇ ਕੋਈ ਦਾਨੀ ਸੱਜਣ ਆ ਉਹਨਾਂ ਨੂੰ ਤੁਸੀਂ ਕਹੋ ਕਿ ਵੀ ਆਪਾਂ ਪੇਂਟ ਕਰਾਉਣਾ ਆ, ਅਸੀਂ ਇੱਥੇ ਮੈਟ ਰਖਵਾਉਣੇ ਆ, ਅਸੀਂ ਇੱਥੇ ਫਲਾਰ ਵਗੈਰਾ ਰਖਾਣੇ, ਪੌਟ ਰਖਾਣੇ। ਇਹ ਉਹਨਾਂ ਲੋਕਾਂ ਨੂੰ ਕਹਿੰਦੇ, NRI ਵੀਰਾਂ ਨੂੰ ਕਹਿੰਦੇ ਕਿ ਤੁਸੀਂ ਇਹ ਜਿਹੜਾ ਸਕੂਲ ਹੈ ਇਹਨੂੰ ਵਧੀਆ ਬਣਾਓ। ਸਰਕਾਰ ਤਾਂ ਕਿਤੇ ਵੀ ਯਤਨ ਨਹੀਂ ਕਰ ਰਹੀ। ਸਰਕਾਰ ਨੇ ਤਾਂ ਪੂਰੀ ਤਰ੍ਹਾਂ ਹੱਥ ਖੜੇ ਕਰ ਦਿੱਤੇ ਆ ਕਿ ਜੀ ਸਾਡੇ ਸਮਾਰਟ ਸਕੂਲ ਆ ਰੰਗ ਕਰਕੇ। ਪਰ ਜੇ ਕੇਜਰੀਵਾਲ ਸਾਹਿਬ ਦੀ ਸਰਕਾਰ ਆਈ ਤੇ ਉਦੋਂ ਤੁਸੀਂ ਜਿਹੜੇ ਲੋਕਾਂ ਦੇ ਦੇਖੋ 2 ਡਰੀਮ ਹੈ ਹੁਸ਼ਿਆਰਪੁਰ ਦੀ, ਜਿਹੜੀ ਮੇਰੀ ਸਮਝ ਮੁਤਾਬਕ ਇੱਕ ਤਾਂ ਉਹ ਕਹਿੰਦੇ ਕਿ ਵਧੀਆ ਕਨਵੈਂਟ ਸਕੂਲ 'ਚ ਨਿਆਣੇ ਨੂੰ ਪੜ੍ਹਾ ਦਈਏ, ਠੀਕ ਹੈ ਜੀ, ਉਹਦੇ ਵਿੱਚ ਜਾਣੇ ਦੇ ਵਿੱਚ ਅਸਮਰਥ ਹੈ।
ਉਸ ਤੋਂ ਬਾਅਦ ਜਦੋਂ ਕੋਈ ਬੰਦਾ ਬਿਮਾਰ ਹੋ ਜਾਏ ਉਹ ਕਹਿੰਦੇ ਜੀ ਆਪਾਂ ਇੱਕ ਵਧੀਆ ਪ੍ਰਾਈਵੇਟ ਹਸਪੀਟਲ ਵਿੱਚ ਜਾ ਕੇ ਇਲਾਜ ਕਰਵਾ ਦਈਏ। ਜਦੋਂ ਬੰਦਾ ਇੱਕ ਆਮ ਬੰਦੇ ਨੂੰ ਬੁਖਾਰ ਚੜ੍ਹ ਜਾਵੇ, ਪ੍ਰਾਈਵੇਟ ਹਸਪੀਟਲ 'ਚ ਜਦੋਂ ਬੰਦਾ ਜਾਂਦਾ ਆ, ਉਹਦਾ ਘੱਟੋ ਘੱਟ 2-3 ਹਜ਼ਾਰ 'ਚ ਬੁਖਾਰ ਉਤਰਦਾ। ਹੁਣ ਸੁਣੋ ਕਿੱਦਾਂ ਉਤਰਦਾ। ਡਾਕਟਰ ਦੀ ਫੀਸ 200 ਰੁਪਇਆ, ਜਿਹੜੀ ਬੰਦੇ ਨੇ 400-500 ਰੁਪਇਆ ਦਿਹਾੜੀ ਤੋੜੀ ਉਹ ਹੋ ਗਈ। ਉਹਦੇ ਤੋਂ ਬਾਅਦ ਉਹਨੇ ਦਿਹਾੜੀ ਤੋੜੀ, 100-200 ਰੁਪਏ ਦਾ ਉਹਨੇ ਪੈਟਰੋਲ ਫੂਕਿਆ, 500-700 ਦੇ ਉਹਨੇ ਟੈਸਟ ਕਰਵਾਏ, ਪਰ 1000 ਰੁਪਏ ਦੀ ਉਹਨੇ ਦਵਾਈ ਲਿਖਵਾਈ। ਉਹਦੇ ਵਿੱਚ ਕੁੱਲ ਮਿਲਾ ਕੇ ਇੱਕ ਆਮ ਬੰਦੇ ਦਾ 2500 ਰੁਪਈਆ ਲੱਗ ਗਿਆ ਇੱਕ ਬੁਖਾਰ ਉਤਾਰਨ ਦੇ ਚੱਕਰ ਦੇ ਵਿੱਚ। ਅਗਰ ਉਹੀ ਸਹੂਲਤ ਉਹਨੂੰ ਡਿਸਪੈਂਸਰੀ 'ਚ ਮਿਲੇ, ਉਹਨੂੰ ਕੀ ਜ਼ਰੂਰਤ ਹੈ ਇਹ ਸਾਰੇ ਕੰਮਾਂ ਦੇ ਵਿੱਚ ਜਾਣੇ ਦੀ। ਉਹਦੇ ਸਾਰੇ ਟੈਸਟ ਆ ਉਹ ਵੀ ਉਹਨੂੰ ਫ੍ਰੀ ਮਿਲੂਗੇ ਅਤੇ ਜਿਹੜੀ ਦਵਾਈ ਉਹ ਵੀ ਉਹਨੂੰ ਫ੍ਰੀ ਮਿਲੂਗੀ। ਜੇ ਫ੍ਰੀ ਦਾ ਮਤਲਬ ਇਹ ਹੈ ਕਿ ਜਿਹੜਾ ਲੋਕਾਂ ਦਾ ਦਿੱਤਾ ਹੋਇਆ ਟੈਕਸ ਆ ਉਹਦੇ ਦੁਆਰਾ ਹੀ ਜਿਹੜੀ ਦਵਾਈ ਦੀ ਸਪਲਾਈ ਉਹ ਦਿੱਤੀ ਜਾਊਗੀ, ਉਹਦੇ ਦੁਆਰਾ ਹੀ ਜਿਹੜੇ ਸਾਡੇ ਡਾਕਟਰ ਵੀਰ ਹੈ ਜਾਂ ਸਾਡੇ ਨਰਸ ਉਹਨਾਂ ਨੂੰ ਤਨਖਾਹ ਦਿੱਤੀ ਜਾਊ। ਠੀਕ ਹੈ, ਲੋਕਾਂ ਦੇ ਪੈਸੇ ਦੀ ਜਿਹੜੀ ਹੈ ਸਹੀ ਵਰਤੋਂ ਜਿਹੜੀ ਆ ਉਹ ਕਰਨ ਦਾ ਟੀਚਾ ਮਿੱਥਿਆ ਹੈ ਆਮ ਆਦਮੀ ਪਾਰਟੀ ਨੇ। ਜਾਂਦੇ ਜਾਂਦੇ ਤੁਹਾਡੀ ਜਿਹੜੀ ਰੈਲੀ ਆ ਇੱਕ ਦਿਨ ਬਾਅਦ, ਉਹਦੀ ਤਾਰੀਖ ਤੇ ਕੀ ਪ੍ਰੋਗਰਾਮ ਹੈ ਤੇ ਕਿਉਂ ਕਰਨ ਜਾ ਰਹੇ ਆ, ਕੀ ਉਹਦੇ ਪਿੱਛੇ ਉਦੇਸ਼ ਕੀ ਹੈ? ਦੇਖੋ, ਸਾਡਾ ਰੈਲੀ ਦਾ ਇੱਕੋ ਹੀ ਇੱਕ ਉਦੇਸ਼ ਹੈ। ਪਰਸੋਂ ਨੂੰ ਦਿਨ ਸ਼ਨੀਵਾਰ 4 ਦਸੰਬਰ ਸਵੇਰੇ 10 ਵਜੇ ਅਸੀਂ ਇੱਥੋਂ ਚੰਡੀਗੜ੍ਹ ਮੇਨ ਰੋਡ ਤੋਂ ਆਪਣੇ ਦਫ਼ਤਰ ਤੋਂ ਜਾਣਾ ਆ। ਅਸੀਂ ਭਗਤ ਸਿੰਘ ਚੌਂਕ ਤੱਕ ਜਾਣਾ, ਉੱਥੇ ਅਸੀਂ ਉਹਦੀ ਸਮਾਪਤੀ ਕਰਨੀ ਹੈ ਅਤੇ ਜਿਹਦੇ ਵਿੱਚ ਉਹਦਾ ਇੱਕੋ ਹੀ ਇੱਕ ਉਦੇਸ਼ ਹੈਗਾ ਆ ਕਿ ਆਮ ਆਦਮੀ ਪਾਰਟੀ ਬਦਲਾਵ ਰੈਲੀ। ਬਦਲਾਵ ਦਾ ਮਤਲਬ ਕਿ ਆਪਾਂ ਬਦਲਾਵ ਕਰਨਾ, ਇਹਨਾਂ ਜਿਹੜੀਆਂ ਕਾਂਗਰਸ ਸਰਕਾਰ, ਅਕਾਲੀ, BJP, ਇਹਨਾਂ ਤੋਂ ਅਸੀਂ ਪਿੱਛਾ ਛਡਵਾਉਣਾ ਅਤੇ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਅਸੀਂ ਬਦਲਾਵ ਕਰਨਾ, ਘਰ ਘਰ ਤੱਕ ਆਮ ਆਦਮੀ ਪਾਰਟੀ ਪਹੁੰਚਾਉਣੀ ਆ, ਤਾਂ ਕਿ ਲੋਕਾਂ ਨੂੰ ਜਿਹੜੀਆਂ ਉਹਨਾਂ ਦੀ ਆਸਾਂ ਆ ਆਮ ਆਦਮੀ ਪਾਰਟੀ ਤੋਂ, ਉਹਨਾਂ ਤੱਕ ਜਿਹੜੀ ਉਹਨਾਂ ਦੀ ਆਸ ਆ, ਉਹਨਾਂ ਦੀ ਆਵਾਜ਼ ਉਹ ਬੁਲੰਦ ਹੋ ਸਕੇ। ਬਦਲਾਵ ਰੈਲੀ ਹੈ ਕਿਤੇ ਸ਼ਕਤੀ ਪ੍ਰਦਰਸ਼ਨ ਤਾਂ ਨਹੀਂ ਜਸਪਾਲ ਸਿੰਘ ਚੇਚੀ ਦਾ ਸ਼ਹਿਰ ਦੇ ਵਿੱਚ ਆਪਣਾ ਦਬਦਬਾ ਦਿਖਾਉਣ ਦੇ ਲਈ? ਦੇਖੋ, ਇੱਦਾਂ ਕਿ ਦਬਦਬਾ ਤਾਂ ਉਹ ਦਿਖਾਉਂਦੇ ਆ ਜਿਨ੍ਹਾਂ ਨੇ ਲੋਕਾਂ 'ਤੇ ਕੋਈ ਦੁਰਉਪਯੋਗ ਕਰਨਾ ਹੋਵੇ। ਸ਼ਕਤੀ ਪ੍ਰਦਰਸ਼ਨ ਵੀ ਲੋਕੀ ਉਹੀ ਕਰਦੇ। ਮੈਂ ਤਾਂ ਸੇਵਾ ਕੀਤੀ ਹੈ ਕਿ ਜਿਹੜੇ ਮੇਰੇ ਭੈਣ ਭਰਾ ਆਉਗੇ ਉਹ ਤੁਸੀਂ ਦੇਖ ਸਕਦੇ ਆ ਕਿ ਮੈਂ ਉਹਨਾਂ ਵੀਰਿਆਂ ਦੇ ਨਾਲ। ਉਹੀ ਗੱਲ ਕਰਦਾ ਸੀ, ਵੋਟਰਾਂ ਨੂੰ ਲੁਭਾਉਣ ਦੇ ਲਈ ਤਾਂ ਨਹੀਂ ਕਿਤੇ ਜਸਪਾਲ ਚੇਚੀ ਦਾ ਇਹ ਬਦਲਾਵ ਰੈਲੀ ਜਿਹੜੀ ਆ ਉਹ ਕਿਤੇ ਲੋਕਾਂ ਨੂੰ ਲੁਭਾਉਣ ਦੇ ਲਈ ਤਾਂ ਨਹੀਂ? ਕੋਈ ਇੱਦਾਂ ਦਾ ਚੱਕਰ ਆ, ਨਾ ਤਾਂ ਵੋਟਾਂ ਦਾ ਬਿਗਲ ਵੱਜਿਆ ਆ, ਨਾ ਕੋਈ ਇੱਦਾਂ ਦਾ ਉਮੀਦਵਾਰ ਘੋਸ਼ਿਤ ਕੀਤਾ ਗਿਆ ਆ। ਸਿਰਫ ਇੱਕੋ ਹੀ ਇੱਕ ਮੇਰਾ ਮਕਸਦ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਆਮ ਆਦਮੀ ਪਾਰਟੀ ਆਉਣੀ ਚਾਹੀਦੀ ਆ, ਕਿਉਂ ਤਾਂ ਕਿ ਜਿਹੜੇ ਜਿੰਨੇ ਵੀ ਮੁੱਦੇ ਆ ਉਹ ਸਾਰਿਆਂ ਦਾ ਹੱਲ। ਉਮੀਦਵਾਰ ਕੋਈ ਵੀ ਹੋਵੇ? ਉਮੀਦਵਾਰ ਕੋਈ ਵੀ ਹੋਵੇ, ਤੁਸੀਂ ਕੁਝ ਵੀ ਐਕਸਪੈਕਟ ਕਰ ਸਕਦੇ ਆ। ਉਮੀਦਵਾਰ ਦੀ ਦੌੜ ਦੇ ਵਿੱਚ ਚਲੋ ਹੋ ਸਕਦਾ ਕਿ ਵੀ ਹਰ ਬੰਦਾ ਚਾਹੁੰਦਾ ਆ, ਕਿਉਂਕਿ ਅਗਰ ਮੈਨੂੰ ਪਾਰਟੀ ਨੇ ਪਹਿਲਾਂ ਟਾਸਕ ਦਿੱਤਾ, ਮੈਂ ਜਿੱਤ ਕੇ ਸੀਟ ਝੋਲੀ ਪਾਈ ਆ। ਅਗਰ ਹੁਣ ਪਾਰਟੀ ਨੇ ਮੇਰੇ 'ਤੇ ਵਿਸ਼ਵਾਸ ਜਤਾਇਆ ਤਾਂ ਹੁਣ ਵੀ ਮੈਂ ਉਸੇ ਰੂਪ ਦੇ ਵਿੱਚ ਜਿਹੜੀ ਸੀਟ ਆ ਹੁਸ਼ਿਆਰਪੁਰ ਦੀ ਉਹ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਊਂਗਾ, ਕਿਉਂਕਿ ਮੈਨੂੰ ਲੋਕਾਂ ਦਾ ਸਮਰਥਨ ਹੈ। ਲੋਕੀ ਮੇਰੇ ਨਾਲ ਚੱਲਦੇ ਨੇ। ਲੋਕੀ ਕਹਿੰਦੇ ਨੇ ਕਿ ਵੀ ਆਮ ਆਦਮੀ ਪਾਰਟੀ 'ਚ ਇੱਕ ਪੁਰਾਣੇ ਵਰਕਰ ਨੂੰ ਅੱਗੇ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਨਾ ਤਾਂ ਕੋਈ ਕਿਸੇ ਪਾਰਟੀ ਤੋਂ ਆਏ ਹਾਂ, ਨਾ ਆਪਾਂ ਕੋਈ ਪਾਰਟੀ ਅੱਜ ਤੱਕ ਕਿ ਪਹਿਲਾਂ ਕੋਈ ਜੁਆਇਨ ਕੀਤੀ ਸੀ। ਮੇਰੀ ਪਹਿਲੀ ਤੇ ਆਖਰੀ ਪਾਰਟੀ ਆਮ ਆਦਮੀ ਪਾਰਟੀ ਹੈ। ਮੇਰੀ ਜਿੰਦ ਜਾਨ ਆ। ਸਾਡੇ ਆਈਡੀਅਲ ਕੇਜਰੀਵਾਲ ਸਾਹਿਬ ਹੈ, ਉਹਨਾਂ ਨੇ ਸਾਨੂੰ ਇੱਕ ਆਮ ਵਰਕਰ ਤੋਂ ਸਾਨੂੰ ਕੌਂਸਲਰ ਬਣਾਤਾ। ਕੱਲ੍ਹ ਨੂੰ ਉਹਨਾਂ ਦੀ ਦਇਆ ਨਾਲ ਅਸੀਂ MLA ਬਣ ਜਾਂਦੇ ਹਾਂ ਅਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰੂੰਗਾ ਅਤੇ ਆਪਣੇ ਜਿਹੜੇ ਮੇਰੇ ਵੋਟਰ ਅਤੇ ਮੇਰੇ ਸਪੋਰਟਰ ਨੇ ਉਹਨਾਂ ਦੇ ਵਿਚਾਰਾਂ ਦੇ ਵਿੱਚ ਨਮਨ ਕਰੂੰਗਾ। ਬਹੁਤ ਬਹੁਤ ਧੰਨਵਾਦ ਜਸਪਾਲ ਸਿੰਘ ਚੇਚੀ ਜੀ। ਸਨ ਜਸਪਾਲ ਸਿੰਘ ਚੇਚੀ ਜੀ ਆਮ ਆਦਮੀ ਪਾਰਟੀ ਤੋਂ, ਜਿਨ੍ਹਾਂ ਨੇ ਸਾਨੂੰ ਸਮਾਂ ਦਿੱਤਾ ਆਪਣੇ ਰੁਝੇਵਿਆਂ ਦੇ ਵਿੱਚੋਂ। ਹਾਲਾਂਕਿ ਇੱਕ ਦਿਨ ਬਾਅਦ ਉਹ ਇੱਕ ਜਿਹੜਾ ਬਦਲਾਵ ਰੈਲੀ ਦਾ ਪ੍ਰੋਗਰਾਮ ਲਿਖਿਆ, ਰੁਝੇਵੇਂ ਬਹੁਤ ਜ਼ਿਆਦਾ ਸਨ। ਆਫ ਦਾ ਕੈਮਰਾ ਕਾਫੀ ਲੋਕ ਉਹਨਾਂ ਨੂੰ ਮਿਲਣ ਦੇ ਲਈ ਆ ਜਾ ਰਹੇ ਸਨ, ਫਿਰ ਵੀ ਸਮਾਂ ਦਿੱਤਾ ਤੁਹਾਡਾ ਚੇਚੀ ਸਾਹਿਬ, ਬਹੁਤ ਬਹੁਤ ਧੰਨਵਾਦ। ਬਹੁਤ ਮਿੱਠੀਆਂ ਗੱਲਾਂ ਕੀਤੀਆਂ ਉਹਨਾਂ ਨੇ। ਉਮੀਦ ਕਰਦੇ ਹਾਂ ਕਿ ਮਿੱਠੀਆਂ ਗੱਲਾਂ 'ਤੇ ਖਰੇ ਉਤਰਨ, ਬਦਲਾਵ ਜਿਹੜਾ ਉਹ ਜ਼ਰੂਰ ਆਵੇ, ਕਿਉਂਕਿ ਇਸ ਵਕਤ ਲੋੜ ਹੈ। ਜਵਾਨੀ ਜਿਹੜੀ ਹੈ ਪੰਜਾਬ ਦੀ ਅਤੇ ਦੇਸ਼ ਦੀ ਜਵਾਨੀ, ਤਾਂ ਜਿਹੜਾ ਪੈਸਾ ਹੈ ਉਹ ਵਿਦੇਸ਼ ਨੂੰ ਕੂਚ ਕਰ ਰਿਹਾ ਹੈ। ਉਮੀਦ ਕਰਦੇ ਹਾਂ ਕਿ ਉਹਦੇ ਵਿੱਚ ਠਹਿਰਾਅ ਆਵੇ, ਸਿਹਤ ਸਿੱਖਿਆ ਦੇ ਵਿੱਚ ਜਿਹੜੇ ਸੁਧਾਰ ਨੇ ਉਹ ਵੱਡੇ ਪੱਧਰ 'ਤੇ ਹੋ ਸਕਣ ਅਤੇ ਲੋਕ ਜਿਹੜੇ ਨੇ ਉਹ ਜ਼ਿੰਦਗੀ ਨੂੰ ਬੜੇ ਆਰਾਮ ਦੇ ਨਾਲ ਵਿਦੇਸ਼ਾਂ ਦੀ ਤਰਜ਼ 'ਤੇ ਬਸਰ ਕਰ ਸਕਣ। ਫਿਲਹਾਲ ਦੀ ਕੈਮਰਾ ਪਰਸਨ ਚੇਤਨ ਸਿੰਘ ਸਲੇਮਪੁਰ ਦੇ ਨਾਲ ਆਪਣੇ ਦੋਸਤ ਗੋਬਿੰਦਜੀਤ ਸਿੰਘ ਨੂੰ ਦਿਓ ਇਜਾਜ਼ਤ। ਜੇਕਰ ਹਾਲੇ ਤੱਕ ਤੁਸੀਂ ਡਾਕ ਟੈਲੀਵਿਜ਼ਨ ਦਾ ਪੇਜ ਲਾਈਕ ਅਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਅਤੇ Facebook 'ਤੇ ਤੁਸੀਂ ਇਸ ਪੇਜ ਨੂੰ ਲਾਈਕ ਅਤੇ ਸਬਸਕ੍ਰਾਈਬ ਕਰ ਲੈਣਾ, ਤਾਂ ਕਿ ਇਸ ਤਰ੍ਹਾਂ ਦੀਆਂ ਵੱਡੀਆਂ ਅਤੇ ਰੌਚਕ ਕਵਰੇਜ ਲੈ ਕੇ ਸਮੇਂ-ਸਮੇਂ 'ਤੇ ਤੁਹਾਡੇ ਸਨਮੁਖ ਹੁੰਦੇ ਰਹੀਏ। ਫਿਲਹਾਲ ਦੇ ਲਈ ਧੰਨਵਾਦ।